ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਲਹਿਣਾ ਜੀ ਨੂੰ ਉਪਦੇਸ਼ ਅਧਿਆਇ 51 ਦੋਹਰਾ। ਸ਼੍ਰੀ ਗੁਰ ਗੁਣ ਮਾਨਸ ਸਰਸ ਜੀ ਮਰਾਲਨ ਜਾਹੇ। ਭਾਈ ਸਾਹਿਬ ਜੀ ਮੰਗਲਾਚਰਨ ਕਰਦੇ ਹਨ। ਸ਼੍ਰੀ ਜੋ ਸ਼੍ਰੋਮਣੀ ਸਤਿਗੁਰ ਸੱਚੇ ਪਾਤਸ਼ਾਹ ਹਨ, ਉਹ ਗੁਰ ਗੁਣ ਸਤਿਗੁਰਾਂ ਦੇ ਜਿਹੜੇ ਗੁਣ ਆ ਔਰ ਜਿਹੜਾ ਗੁਰੂ ਮਹਾਰਾਜ ਦਾ ਜਸ ਆ ਉਹ ਮਾਨਸ ਸਰੋਵਰ ਦੀ ਨਿਆਏ ਆ। ਮਾਨਸ ਜੀ ਮਰਾਲਨ ਜਾਹੇ, ਅਤੇ ਇਹ ਜਿਹੜਾ ਜਸ ਰੂਪੀ ਮਾਨਸ ਸਰੋਵਰ ਆ, ਸ਼੍ਰੀ ਗੁਰੂ ਗੁਣ ਮਾਨਸ ਸਰਸ ਸਤਿਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਗੁਣ ਆ ਮਾਨਸ ਸਰਸ ਜੀ ਮਰਾਲਨ ਜਾਹੇ। ਕਰਤ ਪ੍ਰੀਤ ਨਿਹਤਾਈ ਸਕੇ ਨਮਸਕਾਰ ਮੁਰਤਾਹੇ। ਇਹ ਸਤਿਗੁਰੂ ਦਾ ਜਿਹੜਾ ਜਸ ਰੂਪੀ ਮਾਨਸ ਸਰੋਵਰ ਨੂੰ, ਜਿਸ ਤਰ੍ਹਾਂ ਮਾਨਸ ਸਰੋਵਰ ਨੂੰ ਜਿਹੜੀ ਹੰਸਣੀ ਆ ਹਾਂਜੀ, ਉਹਦੇ ਨਾਲ ਮਾਨਸ ਸਰੋਵਰ ਨਾਲ ਪ੍ਰੀਤੀ ਆ, ਉਹਨੂੰ ਕਦੇ ਵੀ ਤਿਆਗ ਨਹੀਂ ਸਕਦੀ। ਇਸੇ ਤਰ੍ਹਾਂ ਉਸ ਰਸਨਾ ਨੂੰ ਮੇਰੀ ਨਮਸਕਾਰ ਆ, ਜਿਹੜੀ ਸਤਿਗੁਰਾਂ ਦੇ ਹਾਂਜੀ ਜਸ ਨੂੰ ਕਰਦੀ ਆ। ਕਿਉਂਕਿ ਸਤਿਗੁਰਾਂ ਦਾ ਜਿਹੜਾ ਜਸ ਆ ਉਹ ਮਾਨਸ ਸਰੋਵਰ ਦੀ ਨਿਆਈ ਆ। ਜਿਵੇਂ ਮਾਨਸ ਸਰੋਵਰ ਨੂੰ ਹੰਸਣੀ ਨਹੀਂ ਤਿਆਗਦੀ, ਮਾਨਸ ਸਰੋਵਰ ਤੇ ਹੰਸ ਰਹਿੰਦੇ ਆ, ਤੇ ਇਸੇ ਤਰ੍ਹਾਂ ਮੇਰੀ ਜਿਹੜੀ ਜੀਵ ਆ ਉਹ ਸਤਿਗੁਰਾਂ ਦਾ ਜਿਹੜਾ ਜਸ ਰੂਪੀ ਮਾਨਸ ਸਰੋਵਰ ਆ, ਇਸ ਨੂੰ ਨਹੀਂ ਤਿਆਗ ਸਕਦੀ ਹੈ। ਸਰਸ ਮਨੇ ਬੜੀ ਸਵਾਦਲੀ, ਜਾਂ ਸੁੰਦਰ ਕਹਿ ਦਿਓ ਜਾਂ ਰਮਣੀਕ ਕਹਿ ਦਿਓ। ਭਾਈ ਸਾਹਿਬ ਕਹਿੰਦੇ ਮੇਰੀ ਰਸਨਾ ਨੂੰ ਇਸ ਵਾਸਤੇ ਨਮਸਕਾਰ ਆ, ਜਿਹੜੀ ਸਤਿਗੁਰਾਂ ਦੇ ਗੁਣਾਂ ਦੇ ਜਸ ਰੂਪੀ ਜਿਹੜਾ ਸੁੰਦਰ ਮਾਨਸ ਸਰੋਵਰ ਨੂੰ ਹੰਸਣੀ ਵਾਂਗੂ ਪ੍ਰੀਤ ਕਰਦੀ, ਕਦੇ ਵੀ ਛੱਡ ਨਹੀਂ ਸਕਦੀ ਹੈ। ਕਿ ਸਤਿਗੁਰਾਂ ਦੇ ਜਿਹੜੇ ਗੁਣ ਆ ਉਹ ਮਾਨ ਸਰੋਵਰ ਦੇ ਸਮਾਨ ਆ, ਔਰ ਜਿਨ੍ਹਾਂ ਸੰਤਾਂ ਦੀ ਜੀਵ ਜਿਹੜੀ ਹੈ ਉਹ ਹੰਸਣੀ ਦੇ ਸਮਾਨ ਆ। ਤੇ ਜਿਵੇਂ ਹੰਸਣੀ ਮਾਨ ਸਰੋਵਰ ਰਹਿੰਦੀ ਹੈ, ਭਾਵ ਉਹਨਾਂ ਦੀ ਰਸਨਾ ਗੁਣ ਗਾਉਂਦੀ ਹੈ। ਸੰਤਾਂ ਦੀ ਜੀਵ ਰੂਪੀ ਹੰਸਣੀ ਤੇ ਗੁਣਾ ਰੂਪੀ ਮਾਨ ਸਰੋਵਰ, ਉਹਦੇ ਨਾਲ ਪ੍ਰੀਤੀ ਕਰਦੀ ਹੈ। ਔਰ ਐਸੀ ਰਸਨਾ ਨੂੰ ਕਹਿੰਦੇ ਮੇਰੀ ਨਮਸਕਾਰ ਆ। ਉਹ ਪ੍ਰੀਤੀ ਨੂੰ ਤਿਆਗ ਨਹੀਂ ਸਕਦੀ, ਇਸ ਕਰਕੇ ਮੇਰੀ ਨਮਸਕਾਰ ਹੈ। ਚੌਪਈ ਇੱਕ ਦਿਨ ਬਹੁਰ ਬਤਾਏ ਕਿਰਪਾਲਾ। ਇੱਕ ਦਿਨ ਕਿਰਪਾਲੂ ਜੀ ਨੇ ਹੋਰ ਦਿਨ ਬਤੀਤ ਕੀਤਾ। ਬੈਠੇ ਹੋਤੇ ਰੁਚਿਰ ਧਰਮਸ਼ਾਲਾ, ਸੁੰਦਰ ਧਰਮਸ਼ਾਲਾ 'ਚ ਬੈਠੇ ਸੀ। ਆਤਮ ਕੇ ਉਪਦੇਸ਼ਨ ਹੇਤਾ, ਆਤਮਕ ਉਪਦੇਸ਼ ਦੇਣ ਵਾਸਤੇ ਬੈਠਾ ਰਿਓ ਤ੍ਰੇਹਣ ਕੁਲ ਕੇਤਾ। ਤੇ ਤ੍ਰੇਹਣ ਕੁਲ ਦੇ ਕੇਤ ਜਿਹੜੇ ਧਵਜਾ ਰੂਪ ਸ਼੍ਰੀ ਗੁਰੂ ਅੰਗਦ ਸਾਹਿਬ ਨੂੰ ਬਹਾਲ ਲਿਆ। ਲੈਣੀ ਸੇਵਾ ਅਦਕ ਤੈਂ ਕੀਨੀ। ਕਹਿਣ ਲੱਗੇ ਇਹ ਭਾਈ ਲਹਿਣਾ ਜੀ, ਤੁਸੀਂ ਬਹੁਤ ਸੇਵਾ ਕੀਤੀ ਹੈ। ਬੁਝੋ ਤਤ ਚਾਹੋ ਜੋ ਚੀਨੀ। ਉਸ ਤਤ ਨੂੰ ਬੁਝੋ ਜਿਹਨੂੰ ਤੁਸੀਂ ਜਾਣਨਾ ਚਾਹੁੰਦੇ ਹੋ। ਐਸੀ ਕਾਲ ਜੋ ਕਾਲੀ ਤੋਹੀ, ਐਸੀ ਕਾਲ ਸੇਵਾ ਤੁਸੀਂ ਕਾਲੀ ਕੀਤੀ ਹੈ। ਕੋ ਨੇ ਆਤਮ ਬਸ ਆਦੇਸੋ ਮੋਹੀ। ਕੋਈ ਐਸੀ ਵਸਤੂ ਨਹੀਂ ਜਿਹੜੀ ਮੈਂ ਤੁਹਾਨੂੰ ਨਾ ਦੇਵਾਂ। ਤੁਸੀਂ ਐਸੀ ਕਾਲ ਕਮਾਈ ਕੀਤੀ ਹੈ।
ਇਸ ਕਰਕੇ ਕੋਈ ਐਸੀ ਵਸਤੂ ਨਹੀਂ ਜਿਹੜੀ ਤੈਨੂੰ ਮੈਂ ਨਹੀਂ ਦੇਵਾਂਗਾ। ਕਿਰਪਾ ਭਰੀ ਸੁਣ ਕੇ ਸੁਠ ਬਾਣੀ, ਕਿਰਪਾ ਨਾਲ ਮਿਲੀ ਹੋਈ ਸੁਠ ਸੁੰਦਰ ਬਾਣੀ ਸੁਣ ਕੇ ਬੈਠਿਓ ਸਨਮੁਖ ਸੀਖ ਸੁਖਾਨੀ। ਸਤਿਗੁਰਾਂ ਦੀ ਸੁਖ ਦੇਣ ਵਾਲੀ ਸਿੱਖਿਆ ਲੈਣ ਲਈ ਮਹਾਰਾਜ ਦੇ ਸਾਹਮਣੇ ਬੈਠ ਗਏ। ਦੁਆ ਕਰ ਜੋਰ ਨਵਾਇਓ ਸੀਸਾ, ਦੋਵੇਂ ਹੱਥ ਜੋੜ ਕੇ ਸੀਸ ਝੁਕਾਇਆ। ਬੰਦੇ ਪਦ ਪੰਕਜ ਜਗਦੀਸਾ, ਸਤਿਗੁਰੂ ਚਰਨ ਕਮਲਾਂ ਤੇ ਨਮਸਕਾਰ ਕੀਤੀ। ਨਿਜ ਸਰੂਪ ਲਖਨ ਨੂੰ ਅਵਲਾਖਾ, ਆਪਣੇ ਸਰੂਪ ਦੇ ਜਾਣਨ ਦੀ ਇੱਛਾ ਦੁਆਰਾ। ਵੈ ਕੇ ਦੀਨ ਵਚਨ ਅਸ ਭਾਖਾ, ਬਹੁਤ ਦੀਨ ਨਿਮਰਤਾ ਧਾਰ ਕੇ ਐਸਾ ਵਚਨ ਕਿਹਾ। ਜੋ ਮੈਂ ਹਾਂ ਕੁਛ ਜਾਇ ਨਾ ਜਾਣਾ, ਮੈਂ ਕੀ ਹਾਂ ਇਹ ਗੱਲ ਹਾਂਜੀ ਜਾਣੀ ਨਹੀਂ ਜਾਂਦੀ ਹੈ। ਹਰ ਸ਼ੋਕ ਮੈਂ ਫਸਿਓ ਮਹਾਨਾ, ਹਰ ਸ਼ੋਕ ਵਿੱਚ ਬਹੁਤ ਫਸਿਆ ਹਾਂ। ਰਾਗ ਦਵੈਸ਼ ਨਿਸ ਦਿਨ ਬਹੁ ਮੋਹੀ, ਇਹ ਜਿਹੜੇ ਰਾਗ ਦਵੈਸ਼ ਤੇ ਮੋਹ ਆਦਿਕ ਦਿਨ ਰਾਤ ਅਤਿਸ਼ੈਤਾ ਦੁੱਖ ਸੁੱਖ ਮੈਂ ਹੋਈ। ਅਤੇ ਕਹਿੰਦੇ ਜਿਹੜੇ ਆ ਦੁੱਖ ਸੁੱਖ ਹਾਂਜੀ ਇਹਦੇ 'ਚ ਮੇਰਾ ਮਨ ਇੱਕ ਸਮਾਨ ਨਹੀਂ ਰਹਿੰਦਾ ਹੈ। ਹਾਂਜੀ ਤੇ ਵਾਕਈ ਐਸਾ ਹੈ ਵੀ ਦੁੱਖ ਮਿਲਣ ਤੇ ਬਹੁਤ ਦੁਖੀ ਰਹਿੰਦਾ ਹੈ। ਦੁੱਖ ਸੁੱਖ ਦੇ ਵਿੱਚ ਇੱਕ ਸਮਾਨ ਨਹੀਂ ਰਹਿੰਦਾ, ਕਿਉਂਕਿ ਸੁੱਖ ਵਿੱਚ ਇਨਸਾਨ ਦੀ ਬਿਰਤੀ ਹੋਰ ਹੁੰਦੀ ਹੈ ਤੇ ਦੁੱਖ ਦੇ ਵਿੱਚ ਇਨਸਾਨ ਦੀ ਜਿਹੜੀ ਬਿਰਤੀ ਹੈ ਹੋਰ ਹੁੰਦੀ ਹੈ। ਜਿਹੜੇ ਪਰਾਏ ਸੁੱਖ ਵਡਿਆਈ ਨੂੰ ਦੇਖ ਕੇ ਹਾਂਜੀ ਆਪ ਨੂੰ ਹਾਂਜੀ ਤੇ ਕੋਈ ਇੱਛਾ ਹੋਣੀ ਕਿ ਮੈਂ ਹਾਂਜੀ ਇਹ ਸੁੱਖ ਤੋਂ ਵਾਂਝਾ ਹਾਂ, ਇਸ ਵਾਸਤੇ ਫਿਰ ਇਹ ਮਨ ਦੇ ਵਿੱਚ ਇਹੋ ਜਿਹਾ ਭਾਵ ਬਹੁਤ ਹੋਣਾ ਹਾਂਜੀ ਕਿ ਮੈਨੂੰ ਇਹ ਸੁੱਖ ਐਸਾ ਕਿਉਂ ਨਹੀਂ ਹੈ ਹਾਂਜੀ ਕਿ ਮੈਂ ਇਸ ਅੰਧੇਰੇ ਦੇ ਸਮਾਨ ਆਦਿਕ ਹੋਵੇ ਹਾਂਜੀ। ਤੇ ਇੱਛਾ ਹੋਣੀ ਮਨ ਦੇ ਵਿੱਚ ਬਹੁਤ ਜ਼ਿਆਦਾ, ਅਤ ਸਹਿਤਾ ਮੈਨੇ ਬਹੁਤ। ਇਹ ਦੁੱਖ ਸੁੱਖ ਦੇ ਵਿੱਚ ਐਸਾ ਭਾਵ ਜਿਹੜਾ ਉਹ ਬਣਿਆ ਰਹਿੰਦਾ ਹੈ। ਸਰ ਭੇਦ ਮੋਹ ਦੇਹੋ ਜਨਾਈ, ਇਹ ਜਿਹੜਾ ਸਾਰਾ ਭੇਦ ਆ ਇਹ ਕਿਰਪਾ ਕਰਕੇ ਮੈਨੂੰ ਦੱਸ ਦਿਓ ਤੇ ਕੋ ਸਮਝ ਰਹੋ ਸੁਖ ਪਾਈ। ਇਹਨੂੰ ਸਮਝ ਕੇ ਮੈਂ ਸੁਖ ਨੂੰ ਪ੍ਰਾਪਤ ਕਰਾਂ। ਮੋਰੋਰ ਤਮ ਅਗਿਆਨ ਮਹਾਨਾ, ਮੇਰੇ ਹਿਰਦੇ 'ਚ ਤਮ ਅਗਿਆਨ ਰੂਪੀ ਹਨੇਰਾ ਬਹੁਤ ਹੈ। ਤੁਮਰੇ ਹੋਇਆ ਬਚ ਭਾਨ ਸਮਾਨਾ, ਆਪ ਜੀ ਦੇ ਜਿਹੜੇ ਬਚਨ ਭਾਨੂੰ ਸੂਰਜ ਦੇ ਸਮਾਨ ਆ। ਕਬ ਪ੍ਰਕਾਸ਼ ਦੇਹੋ ਰੂਪ ਦਿਖਾਈ, ਕਦੇ ਕਿਰਪਾ ਕਰਕੇ ਹਾਂਜੀ ਆਪਣਾ ਗਿਆਨ ਦਾ ਪ੍ਰਕਾਸ਼ ਦੇ ਕੇ ਮੈਨੂੰ ਆਪਣਾ ਸਰੂਪ ਦਿਖਾਓਗੇ। ਸੁਣ ਕੇ ਸ਼੍ਰੀ ਪ੍ਰਭੂ ਗਿਰਾ ਅਲਾਈ, ਸੁਣ ਕੇ ਪ੍ਰਭੂ ਜੀ ਨੇ ਗਿਰਾ ਬਾਣੀ ਕਹੀ। ਭੋ ਸੁਣ ਮਹਿਤ ਭਾਗ ਇਹ ਭੇਦਾਂ, ਕਹਿਣ ਲੱਗੇ ਮਹਿਤ ਮੈਨੇ ਵੱਡੇ ਭਾਗਾਂ ਵਾਲੇ ਸੁਣ ਲਓ ਇਸ ਭੇਦ ਨੂੰ। ਜਿਸ ਤੇ ਮਿਟਿਆ ਝੂਠ ਜਗ ਖੇਦਾ, ਜਿਹਦੇ ਕਰਕੇ ਝੂਠੇ ਸੰਸਾਰ ਦਾ ਜਿਹੜਾ ਖੇਦ ਦੁੱਖ ਮਿਟ ਜਾਂਦਾ ਹੈ। ਆਤਮ ਸਵੈਂ ਸੋ ਜੋਤ ਪ੍ਰਕਾਸ਼ਾ, ਇਹ ਜਿਹੜਾ ਆਤਮਾ ਸਵੈਂ ਆਪਣੇ ਆਪ ਹੀ ਜੋਤ ਪ੍ਰਕਾਸ਼ ਰੂਪ ਹੈ। ਰਾਗ ਦਵੈਸ਼ ਤੇ ਬਿਨ ਅਵਨਾਸ਼ਾ, ਰਾਗ ਦਵੈਸ਼ ਤੋਂ ਬਿਨਾਂ ਆ ਤੇ ਨਾਸ਼ ਤੋਂ ਰਹਿਤ ਹੈ। ਹਰਕ ਸ਼ੋਗ ਜਿਸ ਮੈਂ ਨਹੀਂ ਲੇਛਾ, ਇਹਦੇ ਵਿੱਚ ਹਰਕ ਸ਼ੋਗ ਲੇਛ ਥੋੜਾ ਮਾਤਰ ਵੀ ਨਹੀਂ। ਜਨਮ ਮਰਨ ਕੋ ਨਹੀਂ ਕਲੇਛਾ, ਜਨਮ ਮਰਨ ਦਾ ਕੋਈ ਕਲੇਸ਼ ਨਹੀਂ। ਘਨ ਆਨੰਦ ਪੂਰਨ ਇੱਕ ਸਾਰ, ਇਹ ਬੜਾ ਗਾੜਾ ਆਨੰਦ ਆ ਤੇ ਇੱਕ ਸਾਰ ਪੂਰਾ ਹੈ। ਇਸ ਪ੍ਰਕਾਰ ਆਤਮ ਨਿਰਤਾਰ, ਇਸ ਤਰ੍ਹਾਂ ਤੁਸੀਂ ਆਤਮਾ ਨੂੰ ਨਿਸ਼ਚੈ ਕਰ ਲਓ। ਜਾਗਰਤ ਸੁਪਨ ਸੁਖੋਪ ਤਿੰਨੋਂ, ਜਾਗਰਤ ਸੁਪਨ ਤੇ ਸੁਖੋਪ ਦੀ ਜਿਹੜੀਆਂ ਤਿੰਨ ਅਵਸਥਾ ਹਨ, ਇਨਕੋ ਨੀਕੈ ਸਾਖੀ ਚੀਨੋ। ਆਤਮਾ ਜਿਹੜਾ ਇਹਨਾਂ ਦਾ ਸਾਖੀ, ਉਸ ਨੂੰ ਜਾਣ ਲਓ, ਸਾਰਿਆਂ ਨੂੰ ਦੇਖਣ ਵਾਲਾ ਹੈ। ਸਦਾ ਅਲੇਪ ਸਭ ਤੇ ਨਿਆਰੋ, ਸਾਰਿਆਂ ਤੋਂ ਨਿਰਲੇਪ ਤੇ ਨਿਆਰਾ ਰਹਿੰਦਾ ਹੈ। ਐਸੋ ਆਪਣੋ ਰੂਪ ਨਿਹਾਰੋ, ਇਸ ਤਰ੍ਹਾਂ ਆਪਣਾ ਰੂਪ ਨਿਹਾਰੋ, ਮੈਨੂੰ ਦੇਖੋ। ਦੋਹਰਾ ਕਲਪਤ ਸੰਗ ਉਪਾਦ ਸੋ ਭਇਓ ਸੋ ਅਸਵਿਦ ਜਾਨ, ਕਹਿੰਦੇ ਜਿਹੜੀ ਉਪਾਧੀ ਇਹ ਤਾਂ ਇੱਕ ਕਲਪਨਾ ਦੀ ਨਿਆਈ ਆ, ਜਿਹਦੇ ਨਾਲ ਕੋਈ ਹੋਰ ਹਾਂਜੀ ਦੀ ਹੋਰ ਲੱਗਦੀ ਹੈ।
ਉਪਾਧੀ ਭੇਦ ਜਿਵੇਂ ਹੁਣ ਰੱਸੀ ਆ, ਉਹ ਹਨੇਰੇ 'ਚ ਹਾਂਜੀ ਸੱਪ ਤਾਂ ਹੁੰਦੀ ਨਹੀਂ, ਪਰ ਉਹ ਸੱਪ ਲੱਗਦੀ ਹੈ, ਹੋਰ ਦੀ ਹੋਰ ਸਮਝ ਲੈਣਾ। ਸੋ ਕਲਪਤ ਸੰਗ ਉਪਾਧ, ਸੋ ਹਾਂਜੀ ਉਪਾਧੀ ਜਿਹੜੀ ਉਹ ਇੱਕ ਕਲਪਨਾ ਹੀ ਹੈ, ਅਤੇ ਜਿਹਦੇ ਨਾਲ ਕੋਈ ਵਸਤੂ, ਸੋ ਕਲਪਤ ਸੰਗ ਉਪਾਧ ਸੋ ਭਇਓ ਸੋ ਅਸਵਿਦੋ ਜਾਨ, ਕਹਿੰਦੇ ਉਹ ਇਸ ਤਰ੍ਹਾਂ ਹੋ ਜਾਂਦੀ ਹੈ ਉਪਾਧੀ ਕਰਕੇ, ਇਸ ਤਰ੍ਹਾਂ ਤੁਸੀਂ ਜਾਣ ਲਓ। ਜਪਾ ਪਰਸੂਨ ਸੋ ਫਟਕੋ ਅਰਨ ਹੋਤ ਜੋ ਮਾਨ, ਜਿਸ ਤਰ੍ਹਾਂ ਕਹਿੰਦੇ ਜਪਾ ਨਾਮੀ ਜਿਹੜੇ ਉਹ ਲਾਲ ਰੰਗ ਦੇ ਫੁੱਲ ਹੁੰਦੇ ਆ, ਅਤੇ ਜਿਹੜੇ ਉਸ ਫਟਕਮਣੀ ਦੇ ਕੋਲ ਰੱਖੇ ਹੁੰਦੇ ਆ, ਅਤੇ ਉਹਦੇ ਅੰਦਰ ਵੀ ਉਹ ਲਾਲ ਜਿਹਾ ਰੰਗ ਹੋ ਜਾਂਦਾ ਹੈ। ਹਾਂਜੀ, ਜਪਾ ਪਰਸੋਂ ਫਟਕੋ, ਉਹ ਜਿਹੜੇ ਜਪਾ ਦੇ ਪਰਸੂਨ ਫੁੱਲ ਆ ਫਟਕਮਣੀ ਦੇ ਕੋਲ, ਅਰਨ ਹੋਤ ਤਿਉ ਮਾਨ, ਅਤੇ ਉਹ ਜਿਹੜਾ ਹਾਂਜੀ ਬਲੌਰ ਆ ਫਟਕਮਣੀ ਆ, ਉਹਦਾ ਰੰਗ ਵੀ ਲਾਲ ਜਿਹਾ ਹੋ ਜਾਂਦਾ, ਉਹਦੇ 'ਚ ਉਹੋ ਜਿਹੇ ਪ੍ਰਤੀਬਿੰਬ ਜਿਹੜਾ ਅਕਸਿਆ ਉਹ ਦਿਸਣ ਲੱਗ ਪੈਂਦਾ ਹੈ। ਚੌਪਈ ਪੰਚੀਕਰਨ ਪੰਜ ਤੱਤ ਜੋਈ, ਜਿਹੜੇ ਪੰਜ ਤੱਤ ਹੈ ਹਾਂਜੀ, ਅਤੇ ਇਹਨਾਂ ਦਾ ਜਦੋਂ ਪੰਚੀਕਰਨ ਹੋ ਜਾਂਦਾ ਹੈ, ਅੰਤःਕਰਨ ਉਪਾਏ ਸੋਈ, ਫਿਰ ਉਹਨਾਂ ਪੰਜਾਂ ਤੱਤਾਂ ਦਾ ਜਿਹੜਾ ਸਤੋਅੰਸ਼ ਆ ਉਹ ਤੋਂ ਅੰਤਸ਼ਕਰਨ ਪੈਦਾ ਹੋ ਜਾਂਦਾ ਹੈ। ਚਤਰ ਬਿਰਤੀ ਹੈ ਤਾਹੇ ਮਝਾਰਾ, ਇਹਦੀਆਂ ਚਾਰ ਤਰ੍ਹਾਂ ਦੀਆਂ ਇਹਦੇ ਅੰਦਰ ਬਿਰਤੀਆਂ ਹਨ, ਤਾਂ ਤੇ ਹੋਏ ਸੋ ਚਾਰ ਪ੍ਰਕਾਰਾਂ, ਇਸ ਕਰਕੇ ਇਹ ਚਾਰ ਤਰ੍ਹਾਂ ਦੀਆਂ ਹੋ ਜਾਂਦੀਆਂ ਹਨ। ਮਨ ਬੁੱਧ ਚਿੱਤ ਹੰਕਾਰ ਤੇ ਨਾਮਾ, ਮਾਨਿਆ ਬੋਧਿਆ ਚਿੱਤ ਤੇ ਹੰਕਾਰ ਇਹਨਾਂ ਦੇ ਨਾਮ ਆ। ਤਿੰਨ ਤੇ ਪਰ ਲਖ ਆਤਮ ਬ੍ਰਹਮਾ, ਜਿਹੜਾ ਆਤਮ ਇਹਨਾਂ ਤੋਂ ਪਰੇ ਜਾਣੋ। ਸਤਿਗੁਣ ਅੰਤःਕਰਨ ਜੋ ਮਾਹੇ, ਜਿਹੜਾ ਅੰਤःਕਰਨ ਵਿੱਚ ਸਤੋਗੁਣ ਆ। ਚੇਤਨ ਕੋ ਪ੍ਰਤੀਬਿੰਬ ਤਹਾਹੀ, ਜਿਹੜਾ ਉਹਦਾ ਚੇਤਨ ਦਾ ਉੱਚ ਪ੍ਰਤੀਬਿੰਬ ਪੈਂਦਾ ਹੈ। ਜਿਨ ਕੇ ਸ਼ੁੱਧ ਹੋਤ ਸੋ ਦੇਖਿਆ, ਜਿਨ੍ਹਾਂ ਦਾ ਅੰਤਸ਼ਕਰਨ ਸ਼ੁੱਧ ਆ ਉਹ ਦੇਖਦੇ ਆ। ਪਿਖਤ ਨਾ ਸੇ ਜਿਨ ਮਰਨ ਵਿਸ਼ੇਖਿਆ, ਉਹ ਨਹੀਂ ਦੇਖ ਸਕਦੇ ਜਿਨ੍ਹਾਂ ਦਾ ਵਿਸ਼ੇਸ਼ ਕਰਕੇ ਅੰਤਸ਼ਕਰਨ ਮਲੀਨ ਆ। ਸੋ ਨਿਜ ਰੂਪ ਭੂਲ ਨਰ ਸਾਰੇ, ਇਹ ਜਿੰਨੇ ਪੁਰਸ਼ ਆਪਣੇ ਅਸਲੀ ਰੂਪ ਨੂੰ ਭੁੱਲ ਗਿਆ। ਜੀਵਲ ਪੱਗ ਆਪ ਨਿਰਧਾਰੇ, ਇਹ ਫਿਰ ਆਪਣੇ ਆਪ ਨੂੰ ਵੱਖਰਾ ਸਮਝ ਕੇ ਨਿਸ਼ਚਾ ਕਰਦੇ ਆ, ਉਹ ਜਿਹੜੇ ਅਲਪੱਗ ਗਿਆਨੀ ਆ। ਜਾਂ ਤੇ ਤੀਨ ਤਨ ਕੋ ਪਾਏ, ਫਿਰ ਇਹ ਤਿੰਨਾਂ ਸਰੀਰਾਂ ਨੂੰ ਪਾਉਂਦਾ ਹੈ। ਵਾਰ ਵਾਰ ਜਗਾਵਿਆ ਜਾਏ, ਸੰਸਾਰ 'ਚ ਵਾਰ ਵਾਰ ਆਉਂਦਾ ਜਾਂਦਾ ਹੈ। ਇੱਕ ਸਥੂਲ ਜੋ ਬਹਿਰ ਸਰੀਰਾ, ਇੱਕ ਜਿਹੜਾ ਬਾਹਰ ਸਰੀਰ ਹੈ ਸਥੂਲ ਆ। ਜਹ ਮੈਂ ਅਹੰਗ ਧਰ ਪਾਵੈ ਪੀਰਾ, ਇਹ ਸਰੀਰ ਵਿੱਚ ਹੰਕਾਰ ਧਰ ਕੇ ਪੀੜਾ ਦੁੱਖ ਪਾਉਂਦਾ ਹੈ। ਲਿੰਗ ਸਰੀਰ ਦੂਸਰਾ ਜੋਈ, ਅਤੇ ਜਿਹੜਾ ਇਹਦੇ ਅੰਦਰ ਇਹ ਪੰਜਾਂ ਤੱਤਾਂ ਦਾ, ਉਹ 17 ਤੱਤਾਂ ਦਾ, ਉਹ ਲਿੰਗ ਸਰੀਰ ਦੂਜਾ ਹੈ। ਤੇ ਸਰੂਪ ਵਰਨੋ ਸੁਨ ਸੋਈ, ਉਹਦਾ ਸਰੂਪ ਵਰਣਨ ਕਰਦੇ ਸੁਣ ਲੈ। 10 ਇੰਦਰੀਏ ਹੈ ਕਰਮ ਜੇ ਗਿਆਨਾ, 10 ਇੰਦਰੀਏ ਹਾਂਜੀ, ਅਤੇ ਔਰ ਜਿਹੜੇ ਹੈ ਕਰਮ ਇੰਦਰੀਏ ਅਤੇ ਗਿਆਨ ਇੰਦਰੀਏ। ਪੰਜ ਭੂਤ ਤਨ ਮਾਤਰ ਜਾਨਾ, ਜਿਹੜੇ ਪੰਜ ਭੂਤ ਆ ਤਨ ਮਾਤਰਾ ਜਿਹਨੂੰ ਕਹਿੰਦੇ ਆ, ਸ਼ਬਦ ਸਪਰਸ ਰੂਪ ਰਸ ਗੰਧ, ਇਹ 15 ਬਣ ਗਏ। ਮਨ ਬੁੱਧ 17 ਤੱਤ ਜੋ ਇਹ ਹੀ 2 ਮਨ ਬੁੱਧੀ ਹੋ ਗਿਆ, ਇਹ 17 ਤੱਤ ਇਹਦੇ ਹੈਗੇ ਆ। ਇਨ ਕੀ ਹੋਤ ਪਈ ਲਿੰਗ ਦੇ ਹੀ, ਇਹਨਾਂ 17 ਤੱਤਾਂ ਦੀ ਇਹ ਲਿੰਗ ਸੂਖਮ ਦੇ ਬਣ ਜਾਂਦੀ ਹੈ। ਕਰਮ ਸ਼ੁਭਾ ਸ਼ੁਭ ਫਲ ਕੋ ਪਾਏ, ਇਹ ਜਿਹੜੀ ਦੇਹ ਆ ਇਹ ਸ਼ੁਭ ਅਤੇ ਅਸ਼ੁਭ ਕਰਮਾਂ ਦੇ ਫਲ ਨੂੰ ਪਾਉਂਦੀ ਹੈ। ਲੋਕ ਪਰਲੋਕਾਂ ਆਵੈ ਜਾਏ, ਲੋਕ ਪਰਲੋਕ 'ਚ ਇਹ ਆਉਂਦੀ ਜਾਂਦੀ ਹੈ, ਕਿਉਂਕਿ ਸਥੂਲ ਸਰੀਰ ਇੱਥੇ ਮਿਲਿਆ ਸੀ, ਇੱਥੇ ਹੀ ਰਹਿ ਜਾਂਦਾ। ਇਨ ਕੋ ਕਰਤਾ ਔਰ ਪਰਮਾਨੂ, ਇਹਨਾਂ ਦਾ ਕਰਤਾ ਹੋਰ ਵੀ ਹਾਂਜੀ ਪਰਮਾਨਤ ਕਰਨਾ ਕਰੀਏ। ਕਾਰਨ ਤਨ ਤੇ ਇਹ ਨਾਮ ਪਛਾਨੋ, ਭਾਵ ਜਿਹੜਾ ਕਾਰਨ ਸਰੀਰ ਆ ਹਾਂਜੀ, ਇੱਕ ਤਾਂ ਇਹ ਸਥੂਲ ਸਰੀਰ ਹੋ ਗਿਆ, ਇੱਕ ਇਹ ਕਾਰਨ ਸਰੀਰ ਹੈਗਾ, ਜਿਹੜਾ ਜਦੋਂ ਗਾੜੀ ਨੀਂਦ ਹੁੰਦੀ ਹੈ ਉਸ ਵੇਲੇ ਅਗਿਆਨ ਦਾ ਰਚਿਆ ਹੁੰਦਾ ਹਾਂਜੀ। ਇਹ ਲਿੰਗ ਸਰੀਰ ਤੋਂ ਵੀ ਬੜਾ ਸੂਖਸ਼ਮ ਹੈਗਾ। ਅਤ ਸੂਖਮ ਤੇ ਲਖੋ ਸਰੂਪਾ, ਇਹਦਾ ਸਰੂਪ ਬਹੁਤ ਸੂਖਮ ਜਾਣੋ। ਜੇ ਤਰ ਪਰਿਓ ਅੰਧ ਭਵ ਕੂਪਾ, ਜਿਹਨੂੰ ਇਹ ਪਾ ਕੇ ਇਹ ਜਿਹੜਾ ਜੀਵ ਆ ਇਉਂ ਜਿਵੇਂ ਇਹਨੇ ਖੂਹ 'ਚ ਪਿਆ ਹੋਵੇ।
ਕੂਪਾ ਮੈਨੂੰ ਖੂ ਆਤਮ ਰਾਮ ਸਭਨ ਤੇ ਨਿਆਰੋ। ਜਿਹੜਾ ਆਤਮਾ ਰਾਮ ਆ ਇਹ ਇਹਨਾਂ ਤਿੰਨਾਂ ਦੇਹਾਂ ਤੋਂ ਵੀ ਨਿਆਰਾ ਹੈ। ਹਰਖ ਸੋਗ ਤੇ ਰਹਿਤ ਵਿਚਾਰੋ, ਐਸਾ ਵਿਚਾਰੋ ਵੀ ਹਰਖ ਸੋਗ ਤੋਂ ਵੀ ਰਹਿਤ ਆ। ਨੇਤ ਨੇਤ ਕਰ ਹਵੈ ਸਾਖਿਆਤਾ, ਇਸ ਵਾਸਤੇ ਕਹਿੰਦੇ ਆ ਕਿ ਨੇਤ ਨੇਤ ਕਰਨ ਫਿਰ ਪ੍ਰਗਟ ਹੋ ਜਾਂਦਾ ਹੈ। ਨਿਜਾਨੰਦ ਮੈਂ ਜਾਏ ਸਮਾਤਾ, ਫਿਰ ਜਿਹੜਾ ਨਿਜਾਨੰਦ ਉਹਦੇ ਵਿੱਚ ਜਾ ਕੇ ਸਮਾ ਜਾਂਦਾ। ਜਦੋਂ ਇਹਨੂੰ ਐਸੀ ਸਮਝ ਆ ਜਾਏ ਫਿਰ ਜਾ ਕੇ ਉਹਦੇ ਵਿੱਚ ਸਮਾਉਂਦਾ ਹੈ ਜਿਹੜਾ ਆਪਣਾ ਸਰੂਪ ਆ। ਨਹੀਂ ਤੇ ਆਮ ਜਿਹੜਾ ਉਹ ਦੇਹਾਂ ਦੇ ਵਿੱਚ ਜਾਂ ਦੇਹਾਂ ਦੇ ਜਿਹੜੇ ਵਿਕਾਰ ਆ ਇਹਦੇ ਵਿੱਚ ਹੀ ਬੰਦਾ ਗਰਸਿਆ ਪਿਆ। ਤੇ ਜਦੋਂ ਫਿਰ ਇਹਨੂੰ ਸਮਝ ਆ ਜਾਂਦੀ ਹੈ ਵੀ ਮੈਂ ਸਥੂਲ ਸਰੀਰ ਵੀ ਨਹੀਂ ਤੇ ਸੂਖਮ ਸਰੀਰ ਵੀ ਨਹੀਂ ਤੇ ਕਾਰਨ ਸਰੀਰ ਵੀ ਨਹੀਂ ਤੇ ਪੰਜ ਤੱਤ ਵੀ ਨਹੀਂ, ਪੰਜ ਗਿਆਨ ਇੰਦਰੇ ਤੇ ਮਨ ਬੁੱਧ ਚਿੱਤ ਹੰਕਾਰ ਵੀ ਨਹੀਂ, ਫਿਰ ਜਾ ਕੇ ਕਹਿੰਦੇ ਇਹ ਉਹਦੇ ਵਿੱਚ ਸਮਾ ਜਾਂਦਾ ਹੈ। ਇਸ ਵਾਸਤੇ ਹਾਂਜੀ ਇਹਦੇ ਵਿੱਚ ਫਿਰ ਇਹ ਸਮਾ ਜਾਂਦਾ ਹੈ। ਇਹ ਜਿਹੜੀ ਚੀਜ਼ ਹੈ ਇਹ ਫਿਰ ਹੌਲੀ ਹੌਲੀ ਇਨਸਾਨ ਦੇ ਸਮਝ ਵਿੱਚ ਆਉਂਦੀ ਹੈ, ਕਿਉਂਕਿ ਨਹੀਂ ਤਾਂ ਇਨਸਾਨ ਬਸ ਇਸੇ ਭੁੱਲ ਦੇ ਵਿੱਚ ਪਿਆ ਆ। ਹਾਂਜੀ ਉਹ ਜਪਾ ਜਿਹੜਾ ਹੁੰਦਾ ਉਹ ਲਾਲ ਰੰਗ ਦਾ ਫੁੱਲ ਹੈ, ਉਹਨੂੰ ਗੁੜਹਲ ਵੀ ਕਹਿ ਦਿੰਦੇ ਆ। ਹਾਂਜੀ ਤੇ ਇਸ ਕਰਕੇ ਜਿਵੇਂ ਉਹ ਭੁਲੇਖੇ ਵਿੱਚ ਹੁੰਦਾ ਤੇ ਉਹਦੇ ਵਿੱਚ ਆਪਣੇ ਸਫਾਟਕ ਮਣੀ 'ਚ ਲਾਲ ਰੰਗ ਆ, ਉਹ ਲਾਲ ਤਾਂ ਹੈ ਨਹੀਂ, ਉਹ ਪਾਦੀ ਭੇਦ ਕਰਕੇ ਨਜ਼ਰ ਆਉਂਦਾ ਆ। ਇਸੇ ਤਰ੍ਹਾਂ ਫਿਰ ਇਹ ਜਿਹੜੇ ਪੰਜਾਂ ਭੂਤਾਂ ਨੂੰ ਪਹਿਲੇ ਦੋ ਬਰਾਬਰ ਹਿੱਸਿਆਂ 'ਚ ਵੰਡਿਆ, ਫਿਰ ਹਰੇਕ ਦੋ ਪਹਿਲੇ ਜਿਹੜੇ ਅੰਸ਼ ਉਹਨੂੰ 4-4 ਹਿੱਸਿਆਂ 'ਚ ਵੰਡ ਦਿੱਤਾ, ਫਿਰ ਸਾਰਿਆਂ ਨੂੰ 20 ਭਾਗਾਂ 'ਚ ਜੁਦਾ ਕਰ ਲਿਆ। ਅੰਤ 'ਚ ਫੇਰ ਕੇ ਜਿਹੜਾ ਤੱਤ ਸੀ ਉਹ ਦੂਏ ਦੇ ਅੱਧ ਤੱਤ ਵਿੱਚ ਮਿਲਾਤਾ। 20 ਭਾਗਾਂ 'ਚੋਂ ਜਿਹੜੇ 4 ਭਾਗ ਸੀਗੇ, ਇਸ ਤਰ੍ਹਾਂ ਫਿਰ ਉਹ ਜਦੋਂ ਰੱਖੇ ਹਾਂਜੀ ਤੇ ਜਿਹੜਾ ਉਹ ਤੱਤਾਂ ਦਾ ਦੂਜਾ ਅੱਧ ਸੀ ਉਹ ਵੱਖਰਾ ਬਾਕੀ ਰਿਹਾ। 4 ਭੂਤਾਂ ਦਾ ਇੱਕ ਭਾਗ ਉਹਦੇ ਵਿੱਚ ਆ ਜਾਏ। ਇਸ ਤਰ੍ਹਾਂ ਹਰੇਕ ਜਿਹੜਾ ਸਥੂਲ ਤੱਤ ਆ ਉਹ ਬਾਕੀ 4 ਤੱਤਾਂ ਦੀਆਂ ਅੰਸ਼ ਜਦੋਂ ਮਿਲ ਜਾਂਦੇ ਆ, ਇਹਨੂੰ ਫਿਰ ਪੰਚੀਕਰਨ ਕਹਿੰਦੇ ਆ। ਪੰਜੂ ਪੰਜਾਂ 25 ਇਸ ਤਰ੍ਹਾਂ ਦੇ ਇਹਨਾਂ ਨੇ ਇਹ ਮੰਨੇ। ਇਸ ਤਰ੍ਹਾਂ ਜਿਹੜੀ ਸਾਡੀ ਦੇਹ ਆ ਇਹਦੇ ਅੰਦਰ ਹੀ ਫਿਰ 5 ਤਨ ਮਾਤਰਾ, 5 ਗਿਆਨ ਇੰਦਰੇ ਆ, 5 ਕਰਮ ਇੰਦਰੇ ਆ, ਮਨ ਬੁੱਧ ਆ। ਇਹ ਜਿਹੜੇ ਬਦਾਂਤ ਵਾਲੇ ਆ ਉਹ 5 ਪ੍ਰਾਣ ਵੀ ਕਈ ਮੰਨ ਲੈਂਦੇ ਆ ਵੀ ਇਹ 17 ਤੱਤਾਂ ਦਾ ਇਹ ਜਿਹੜਾ ਸਰੀਰ ਇਹ ਮੰਨਦੇ ਆ। ਇਸ ਤਰ੍ਹਾਂ ਫਿਰ ਇਹ ਦੱਸਦੇ ਆ ਕਿ ਇਹਨੂੰ ਕੋ ਕਰਤਾ ਔਰ ਪਰਮਾਨੂ, ਇਹਨਾਂ ਦਾ ਜਿਹੜਾ ਕਰਤਾ ਆ ਹਾਂਜੀ ਉਸ ਨੂੰ ਇਸ ਤਰ੍ਹਾਂ ਪਰਮਾਨੂ ਮੰਨਣਾ ਕਰੋ। ਕਾਰਨ ਤਨ ਤੇ ਨਾਮ ਪਛਾਣੋ ਹਾਂਜੀ ਵੀ ਜਿਹੜਾ ਕਾਰਨ ਤਨ ਕਾਰਨ ਸਰੀਰ ਨੂੰ ਪਛਾਣ ਲਓ। ਅਤ ਸੂਖਮ ਤੇ ਲੋਕੋ ਸਰੂਪਾ, ਇਹਦਾ ਸਰੂਪ ਜਿਹੜਾ ਬੜਾ ਸੂਖਮ ਕਿਹਾ ਗਿਆ ਹੈ, ਕਿਉਂਕਿ ਉਵੇਂ ਕਈਆਂ ਨੂੰ ਫਿਰ ਨਜ਼ਰ ਵੀ ਆਉਂਦਾ ਜਿਹਨਾਂ ਦੀ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ ਤੇ ਆਮ ਨੂੰ ਜਿਹੜਾ ਹੈ ਉਹ ਇਹ ਚੀਜ਼ ਨਹੀਂ ਨਜ਼ਰ ਆਉਂਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਹੁਣ ਇਹ ਸਾਰਾ ਇਹਨਾਂ ਨੂੰ ਇਹ ਦੱਸ ਰਹੇ ਆ। ਨੇਤ ਨੇਤ ਕਰ ਹੈ ਸਖਿਆਤਾ, ਕਿ ਉਹਦਾ ਅੰਤ ਨਹੀਂ ਆਉਂਦਾ, ਉਹ ਅੰਤ ਨਹੀਂ ਆਉਂਦਾ। ਤੇ ਜਦੋਂ ਬੇਅੰਤ ਵਿੱਚ ਜੁੜਦਾ ਫਿਰ ਉਹ ਸਾਖਿਆਤ ਹੋ ਜਾਂਦਾ, ਫਿਰ ਨਿਜਾਨੰਦ ਮੈਂ ਜਾ ਕੇ ਸਮਾ ਜਾਂਦਾ ਹੈ। ਦੋਹਰਾ ਇਉਂ ਸੁਣ ਲੈਣੇ ਬੰਦ ਕਰ ਬਹੁਰੂ ਬੂਝਣ ਕੀਨ। ਇਸ ਤਰ੍ਹਾਂ ਫਿਰ ਭਾਈ ਲਹਿਣਾ ਜੀ ਨੇ ਸੁਣ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਇਸ ਗੱਲ ਨੂੰ ਸਮਝਣਾ ਕੀਤਾ। ਨੇਤ ਨੇਤ ਕਰ ਪ੍ਰਾਪਤੀ ਕਹੋ ਪ੍ਰਭੂ ਪ੍ਰਵੀਨ। ਹਾਂਜੀ ਕਹਿੰਦੇ ਫਿਰ ਹੇ ਪ੍ਰਭੂ ਪ੍ਰਵੀਨ ਮੈਨੂੰ ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਇਹ ਵੀ ਕਿਰਪਾ ਕਰਕੇ ਦੱਸ ਦਿਓ। ਤੇ ਜਦੋਂ ਉਹਨਾਂ ਨੇ ਹਾਂਜੀ
ਨੇਤ ਨੇਤ ਕਰ ਪ੍ਰਾਪਤੀ। ਇਹ ਸੱਚੇ ਪਾਤਸ਼ਾਹ ਨੇਤੀ ਨੇਤੀ ਕਰਕੇ ਜਿਹੜੀ ਪ੍ਰਾਪਤੀ ਕਹੀ ਹੈ, ਇਹ ਅੱਛੀ ਤਰ੍ਹਾਂ ਨਾਲ ਕਹਿ ਕੇ ਦੱਸ ਦਿਓ ਕਿ ਉਹ ਪ੍ਰਾਪਤੀ ਉਹਦੀ ਕਿਵੇਂ ਹੁੰਦੀ ਹੈ, ਕਿਉਂਕਿ ਉਹਦਾ ਅੰਤ ਸ਼ੁਮਾਰ ਤਾਂ ਕੋਈ ਹੈ ਹੀ ਨਹੀਂ। ਇਸ ਕਰਕੇ ਚੌਪਈ ਪਰਮ ਕਿਰਪਾਲ ਗਿਆਨ ਘਨ ਪੂਰੇ। ਆਪ ਜੀ ਮਹਾਨ ਕਿਰਪਾਲੂ, ਹਾਂਜੀ, ਤੇ ਬੜੇ ਗਾੜੇ ਗਿਆਨ ਵਾਲੇ ਪੂਰੇ ਆ। ਬੋਲੇ ਬਚਨ ਮਧੁਰ ਮ੍ਰਿਦ ਰੂਰੇ। ਇਹ ਸੁਣ ਕੇ ਬੜੇ ਕੋਮਲ ਤੇ ਮਿੱਠੇ ਜਿਹੜੇ ਸੁੰਦਰ ਬਚਨ ਸੀ ਉਹ ਬੋਲੇ ਆ। ਹਾਂਜੀ, ਮਹਾਂਭਾਗ ਸੁਣੀਏ ਮਨ ਲਾਈ। ਇਹ ਮਹਾਨ ਭਾਗਾਂ ਵਾਲੇ ਮਨ ਲਾ ਕੇ ਸੁਣੋ। ਜਿਸ ਵਿਧਿ ਨਿਜ ਆਨੰਦ ਕੋ ਪਾਈ। ਜਿਸ ਤਰ੍ਹਾਂ ਇਹ ਆਪਣੇ ਸਵੈੰਗ ਸਰੂਪ ਦੇ ਆਨੰਦ ਨੂੰ ਪਾਉਂਦਾ ਹੈ। ਪੰਜ ਕੋਸ਼ ਪ੍ਰਥਮੇ ਨਿਰਧਾਰੋ। ਪਹਿਲਾਂ ਪੰਜ ਕੋਸ਼ ਜਿਹੜੇ ਇਹਨਾਂ ਨੂੰ ਸਮਝੋ। ਤਿੰਨ ਤੇ ਹੰਤਾ ਬੁੱਧ 18। ਫਿਰ ਜਿਹੜੀ ਨਾ ਜਹੰਗਤ ਵਾਲੀ ਬੁੱਧੀ ਇਹਨੂੰ ਦੂਰ ਕਰ ਦਿਓ, ਹਟਾ ਦਿਓ। ਕੋਸ਼ ਅਨਮੈ ਬਹਿਰ ਸੋ ਦੇਹਾ। ਇਹ ਜਿਹੜੀ ਬਾਹਰਲੀ ਦੇ ਅਨਮੈ ਕੋਸ਼ ਹੈ, ਕਿਉਂਕਿ ਅੰਨ ਖਾਧਾ ਤੇ ਅੰਨ ਨਾਲ ਇਹ ਜੀਂਦੀ ਹੈ। ਜਾਗਰਤ ਮੈਂ ਵਰਤਤ ਹੈ यहाँ। ਜਿਲੇ ਜਾਗਦੇ ਆ ਤੇ ਇਹ ਫਿਰ ਉਦੋਂ ਵਰਤੋਂ ਵਿੱਚ ਆਉਂਦੀ ਹੈ, ਵਰਤਦੀ ਰਹਿੰਦੀ ਹੈ। ਲਖੋ ਅਨਾਤਮ ਜਾ ਕੋ ਰੂਪਾ। ਇਹਨੂੰ ਵੀ ਅਨਾਤਮਾ ਜਾਣੋ, ਆਤਮਾ ਰੂਪ ਨਾ ਸਮਝੋ। ਨਿਰਾ ਵੈਵ ਆਤਮ ਅਨੂਪਾ। ਜਿਹੜਾ ਆਤਮ ਬੜਾ ਸੁੰਦਰ ਆ ਤੇ ਉਹ ਅੰਗਾਂ ਤੋਂ ਬਿਨਾਂ ਹੈ, ਨਿਰਭੈ ਆ। ਕੋਸ਼ ਪ੍ਰਾਣ ਮੈਂ ਤਿਹ ਕੇ ਅੰਤਰ। ਇਹਦੇ ਅੰਦਰ ਪ੍ਰਾਣ ਮੈਂ ਕੋਸ਼ ਹੈ। ਨਾ ਇਹਨਾਂ ਆਤਮ ਜਾਨ ਨਿਰੰਤਰ। ਇੱਕ ਰਾਸੀ ਵੀ ਜਾਣੋ ਪੇ ਵੀ ਆਤਮਾ ਨਹੀਂ, ਪ੍ਰਾਣ ਵੀ ਆਤਮਾ ਨਹੀਂ, ਉਹ ਵੀ ਆਤਮਾ ਤੋਂ ਵੱਖਰਾ ਹੈ। ਬਾਹਰ ਮਨੋ ਮੈਂ ਕੋਸ਼ ਸੁਣੀਜੈ। ਫਿਰ ਮਨੋ ਮੈਂ ਕੋਸ਼ ਜਿਹੜਾ ਉਹਦੇ ਲਈ ਸੁਣ ਲਓ। ਸੋ ਪੀ ਅਨਾਤਮ ਹਿਰਦੇ ਲਿਖੀ ਚ। ਉਹਨੂੰ ਵੀ ਅਨਾਤਮਾ ਜਾਣੋ, ਆਤਮਾ ਨਾ ਜਾਣੋ। ਕੋਸ਼ ਵਿਗਿਆਨ ਮਈ ਤੇ ਪਰੈ। ਜਿਹੜਾ ਵਿਗਿਆਨ ਮੈਂ ਕੋਸ਼ ਹੈ ਇਹ ਤੋਂ ਪਰੇ ਆ। ਤੀਨ ਕੋਸ਼ ਬਿਨ ਤਨ ਜੇ ਰਰੈ। ਇਸ ਵਾਸਤੇ ਜਿਹੜੇ ਹੈਗੇ ਆ ਤਿੰਨ ਕੋਸ਼, ਪ੍ਰਾਣਮਈ ਕੋਸ਼, ਮਨੋਮਈ, ਵਿਗਿਆਨਮਈ ਕੋਸ਼, ਇਹ ਤਿੰਨੇ ਕਹੇ ਆ। ਵਿਗਿਆਨਮय ਕੋਸ਼ ਵੀ ਆਤਮਾ ਨਹੀਂ ਹੈ, ਕਿਉਂਕਿ ਵਿਗਿਆਨ ਬੁੱਧੀ ਦੁਆਰਾ ਹੀ ਹੈ। ਸੁਪਨ ਅਵਸਥਾ ਇਸਕੇ ਮਾਹੀ। ਜਿਹੜੀ ਸੁਪਨ ਅਵਸਥਾ ਇਹਦੇ ਵਿੱਚ ਹੁੰਦੀ ਹੈ। ਵਿਚਰਤ ਆਤਮ ਰਪ ਤਹਾਹੀ। ਤੇ ਫਿਰ ਜਿਹੜਾ ਆਤਮਾ ਆ, ਹਾਂਜੀ, ਤੇ ਸੁਪਨ ਅਵਸਥਾ ਸੁਪਨ ਅਵਸਥਾ ਇਹਦੇ 'ਚ ਹੁੰਦੀ ਹੈ। ਵਿਚਰਤ ਆਤਮ ਰੱਬ ਤਹਾਹੀ। ਇੱਥੇ ਆਤਮਾ ਜਿਹੜਾ ਇਹਨੂੰ ਇਸ ਤਰ੍ਹਾਂ ਦਾ ਇਹ ਰੰਗ ਚੜ੍ਹਦਾ ਆ। ਲਖੋ ਨਾ ਇਤ ਸਰੂਪ ਨਿਜ ਕੇਰੇ। ਇਹਨੂੰ ਵੀ ਆਪਣਾ ਸਰੂਪ ਨਾ ਜਾਣੋ। ਇਨ ਤੇ ਨਿਆਰੋ ਨਿੱਕੇ ਹੇਰੋ। ਇਹਨੂੰ ਵੀ ਕਹਿੰਦੇ, ਹਾਂਜੀ, ਚੰਗੀ ਤਰ੍ਹਾਂ ਨਿਆਰਾ ਸਮਝਣਾ ਕਰੋ, ਕਿਉਂਕਿ ਜਿਹੜਾ ਆਪਣਾ ਵਿਗਿਆਨਮय ਕੋਸ਼ ਹੈ ਇਹ ਵੀ ਤੇਰਾ ਸਰੂਪ ਨਹੀਂ, ਤੇ ਤੇਰਾ ਜਿਹੜਾ ਆਤਮਾ ਸਰੂਪ ਆ ਉਹ ਇਹਨਾਂ ਤੋਂ ਵੀ ਨਿਆਰਾ ਹੈ। ਇਸ ਕਰਕੇ ਜਿਹੜੇ ਪੰਜ ਕੋਸ਼ ਹੈ ਇਹਨਾਂ ਤੋਂ ਇਹ ਨਿਆਰਾ ਹੈ। ਇਸ ਵਾਸਤੇ ਜਿਹੜੀ ਆਤਮਾ ਹੈ ਉਹ ਸਾਰਿਆਂ ਤੋਂ ਨਿਆਰੀ ਹੈਗੀ ਹੈ। ਤੇ ਅਨਮੈ ਕੋਸ਼ ਜਿਹੜਾ ਅੰਨ ਤੋਂ ਪੈਦਾ ਹੁੰਦਾ, ਅੰਨ ਆਸਰੇ ਰਹਿੰਦਾ। ਪ੍ਰਾਣਮੈ ਜਿਹੜੇ ਪੰਜ ਪ੍ਰਾਣ, ਪੰਜ ਕਰਮ ਇੰਦਰੇ, ਇਹਦੇ ਨਾਲ ਮਿਲ ਕੇ ਦੇਹ ਜਿਹੜੀ ਇਹ ਸਾਰੇ ਕੰਮ ਕੁਮ ਕਰ ਰਹੀ ਹੈ। ਮਨੋਮੈ ਜਿਹੜੇ ਅੱਖਾਂ ਆਦਿਕ ਆ, ਪੰਜ ਗਿਆਨ ਇੰਦਰੇ ਹੈ, ਇਹ ਸਮਝ ਲਓ। ਇਹ ਵੀ ਅਵਿਦਿਆ ਰੂਪ ਹੈ। ਇਹਦੇ ਨਾਲ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਇਹਨਾਂ ਦਾ ਭਾਸ ਪੈਂਦਾ। ਵਿਗਿਆਨਮੈ ਕੋਸ਼ ਪੰਜੇ ਗਿਆਨ ਇੰਦਰੀਆਂ ਤੇ ਬੁੱਧੀ ਜਿਹੜਾ ਕਰਤ੍ਰਿਤਵ ਭਾਵ ਆ, ਦੁੱਖ ਸੁੱਖ ਆ, ਹੰਕਾਰ ਦੇ ਨਾਲ ਮਿਲਿਆ ਆ। ਹਾਂਜੀ, ਇਹ ਜਿਹੜਾ ਹੈਗਾ ਸੰਸਾਰ ਦਾ ਕਾਰਨ ਆ ਜੰਮਣ ਵਾਲ। ਆਨੰਦਮੈ ਸਤੋਗੁਣ ਨਾਲ ਮਿਲਿਆ ਜਿਹੜਾ ਅਗਿਆਨ, ਹਾਂਜੀ, ਤੇ ਉੱਤੇ ਬੁੱਧੀ ਦੇ ਉੱਤੇ ਪੜਦਾ ਹੈਗਾ ਆ। ਆਤਮਾ ਜਿਹੜੀ ਹੈ ਇਹਨਾਂ ਤੋਂ ਉਹ ਨਿਆਰੀ ਹੈ। ਉੱਥੇ ਸਤੋਗੁਣ ਹੁੰਦਾ ਪਰ ਅਗਿਆਨ ਆ, ਪਰਮਾਤਮਾ ਦੀ ਪ੍ਰਾਪਤੀ ਨਹੀਂ। ਤੇ ਸਤੋਗੁਣ ਤੋਂ ਬਾਅਦ ਹੀ ਫਿਰ ਜਿਹੜਾ ਤੁਰੀਆ ਪਦ ਮਿਲਦਾ ਹੈ। ਇਸ ਵਾਸਤੇ ਆਤਮਾ ਜਿਹੜੀ ਹੈ ਇਹ ਤੋਂ ਨਿਆਰੀ ਹੈ। ਤੇ ਇਹ ਸਾਰਾ ਦੱਸ ਰਿਹਾ ਕਿ ਇਹ ਜਿੰਨਾਂ ਚੀਜ਼ਾਂ ਅਨਾਤਮ ਆ, ਇਹ ਆਤਮਾ ਨਹੀਂ, ਇਹ ਸਾਰੀਆਂ ਕਲਪਿਤ ਹੈਗੀਆਂ ਆ।
ਇਸ ਕਰਕੇ ਕਹਿੰਦੇ ਆ ਕਿ ਜਿਹੜੀ ਸੁਪਨ ਅਵਸਥਾ ਇਹਦੇ 'ਚ ਹੁੰਦੀ ਹੈ ਵਿਚਰਤ ਆਤਮ ਰੂਪ ਤਾਹਾਂ ਹੀ। ਇਸ ਵਾਸਤੇ ਜਿਹੜੀ ਕਿ ਤਿੰਨਾਂ ਕੋਸ਼ਾਂ ਦੇ ਵਿੱਚ ਸੁਪਨ ਅਵਸਥਾ ਵਰਤਦੀ ਹੈ। ਹਾਂਜੀ, ਅਤੇ ਤਿੰਨੇ ਜਿਹੜੀਆਂ ਸੁਪਨ ਅਵਸਥਾ ਦੇ ਵਿੱਚ ਰਹਿੰਦੇ ਆ, ਇਸੇ ਇਹਦੇ 'ਚ ਜਿਹੜਾ ਆਤਮਾ ਅਤੇ ਇਹਨਾਂ ਤਿੰਨਾਂ ਕੋਸ਼ਾਂ ਤੋਂ ਉਹ ਨਿਆਰਾ ਆ। ਜਿਹੜਾ ਆਤਮਾ ਉਹ ਅਗਿਆਨ ਤੋਂ ਰਹਿਤ ਹੈ, ਸ਼ੁੱਧ ਹੈ, ਪਵਿੱਤਰ ਹੈ। ਇਹ ਜਿਹੜੀਆਂ ਤਿੰਨੇ ਅਵਸਥਾ ਹੈਗੀਆਂ, ਹਾਂਜੀ, ਸੁਪਨ ਅਵਸਥਾ ਇਸਕੇ ਮਾਹੀ ਵਿਚਰਤ ਆਤਮ ਰੂਪ ਤਾਹਾਂ ਹੀ। ਰੂਪ ਪਾਠ ਇੱਥੇ ਚਾਹੀਦਾ, ਇੱਥੇ ਰੱਪ ਲਿਖ ਗਿਆ ਵਿਚਰਤ ਆਤਮ ਰੂਪ ਤਾਹਾਂ ਹੀ। ਹਾਂਜੀ, ਵਿਚਰਤ ਆਤਮ ਰੂਪ ਤਾਹਾਂ ਹੀ। ਫਿਰ ਜਿਹੜਾ ਤਿੰਨਾਂ ਕੋਸ਼ਾਂ ਦੇ ਵਿੱਚ ਸੁਪਨ ਅਵਸਥਾ ਦੇ ਵਿੱਚ ਵਰਤਦੀ ਹੈ, ਔਰ ਤਿੰਨੋਂ ਜਿਹੜੀਆਂ ਸੁਪਨ ਅਵਸਥਾ ਵਿੱਚ ਰਹਿੰਦੇ ਆ, ਹਾਂਜੀ, ਇਸ ਮੈਂ ਜਿਹੜੀ ਆਤਮਾ ਕਹਿੰਦੇ ਇਹਨੂੰ ਤਿੰਨਾਂ ਕੋਸ਼ਾਂ ਤੋਂ ਵੱਖਰਾ ਜਾਣਨਾ ਹੈਗਾ। ਇਹਨਾਂ ਤੋਂ ਵੀ ਇੱਥੇ ਪਾਠ ਰੱਬ ਲਿਖ ਗਿਆ, ਪਰ ਰੂਪ ਚਾਹੀਦਾ। ਲਖੋ ਨਾ ਇਤ ਸਰੂਪ ਨਿਜ ਕੇਰੋ, ਇਹਨੂੰ ਵੀ ਆਪਣਾ ਸਰੂਪ ਨਾ ਜਾਣੋ। ਇਨ ਤੇ ਨਿਆਰੋ ਨੀਕੇ ਹੇਰੋ, ਇਹਨੂੰ ਚੰਗੀ ਤਰ੍ਹਾਂ ਇਹ ਤੋਂ ਨਿਆਰਾ ਜਾਣੋ। ਚੌਹਨ ਤੇ ਜੋ ਪਰੇ ਪਛਾਣੋ, ਜਿਹੜਾ ਚੌਹਾਂ ਤੋਂ ਪਰੇ ਹੈ ਇਹਨੂੰ ਪਛਾਣ ਨਾ ਕਰੋ। ਕੋਸ਼ ਆਨੰਦ ਮੈਂ ਆਨੰਦ, ਕੋਸ਼ ਆਨੰਦ ਮੈਂ ਖੈ ਜਾਣੋ। ਜਿਹੜਾ ਆਨੰਦਮੈ ਕੋਸ਼ ਹੈ ਇਹ ਵੀ ਸਦਾ ਰਹਿਣ ਵਾਲਾ ਨਹੀਂ ਹੈਗਾ। ਹਾਂਜੀ, ਇਸ ਵਾਸਤੇ ਜਿਹੜਾ ਆਨੰਦਮੈ ਕੋਸ਼ ਹੈ ਉਹ ਵੀ ਆਤਮਾ ਨਹੀਂ ਹੈ। ਇਸ ਨੂੰ ਇਸ ਤਰ੍ਹਾਂ ਜਾਣ ਲਓ ਕਿ ਆਨੰਦਮੈ ਕੋਸ਼ ਉਹਦਾ ਨਾਂ ਆ। ਇਹਨੂੰ ਆਨੰਦਮੈ ਕੋਸ਼, ਆਨੰਦਮੈ ਕੋਸ਼ ਇੱਥੇ ਕੀ ਹੈ? ਕੋਸ਼ ਆਨੰਦ ਮੈਂ ਖੈ ਜਾਨੂ, ਆਨੰਦ ਮੈਂ ਖੈ ਜਾਨੂ। ਕਹਿੰਦੇ ਉਸੇ ਦਾ ਨਾਂ ਆਨੰਦਮਈ ਕੋਸ਼ ਜਿਹੜਾ ਆ, ਆਨੰਦਮੈ ਕੋਸ਼, ਆਨੰਦਮੈ ਕੋਸ਼, ਆਨੰਦ ਮੈਂ ਆਖੈ, ਆਨੰਦ ਮੈਂ ਆਖੈ ਜਾਨੂ। ਉਹਨੂੰ ਆਨੰਦਮੈ ਕੋਸ਼ ਕਰਕੇ ਜਾਣਨਾ ਕਰੋ। ਇਹ ਵੀ ਅਗਿਆਨ ਰੂਪ ਹੈ। ਆਨੰਦਮੈ ਕੋਸ਼ ਉਹਦਾ ਨਾਮ ਹੈ। ਪ੍ਰਾਣਮੈ, ਮਨੋਮੈ, ਵਿਗਿਆਨਮੈ। ਸਥੂਲ ਸੂਰ ਤੋਂ ਬਿਨਾਂ ਤਿੰਨ ਕੋਸ਼ ਜਿਹੜੇ ਪਿੱਛੇ ਕਹੇ ਆ, ਪ੍ਰਾਣਮੈ ਆ, ਮਨੋਮੈ, ਵਿਗਿਆਨਮੈ। ਅਤੇ ਅੱਗੇ ਜਿਹੜਾ ਆਨੰਦਮੈ ਕੋਸ਼ ਉਹਦਾ ਨਾਮ ਆ। ਹਾਂਜੀ, ਕਹਿੰਦੇ ਇਹਦੇ ਕਾਰਨ ਸਰੀਰ ਜਿਹੜਾ ਸਰੀਰ ਦਾ ਰਹਿਣਾ ਉਹ ਅਗਿਆਨ ਰੂਪ ਹੈ। ਤਿਸ ਕੋ ਵਰਤਤ ਸੁਸ਼ੁਪਤੀ ਮਾਹੀ। ਫਿਰ ਇਹ ਜਿਹੜਾ ਹੈ ਸੁਸ਼ੁਪਤੀ ਅਵਸਥਾ, ਜਦੋਂ ਗਾੜੀ ਨੀਂਦ 'ਚ ਸੁੱਤਾ ਹੁੰਦਾ ਨਾ, ਉਹਦੇ 'ਚ ਫਿਰ ਇਹ ਵਰਤਦਾ ਹੈ। ਤਿਸ ਕੋ ਵਰਤਤ ਸੁਸ਼ੁਪਤੀ ਮਾਹੀ, ਜਿਹੜੀ ਸੁਸ਼ੁਪਤ ਅਵਸਥਾ, ਹਾਂਜੀ, ਇਹਦੇ ਵਿੱਚ ਇਹਦਾ ਵਰਤਾਰਾ ਵਰਤ ਰਿਹਾ ਹੈ। ਰੂਪ ਆਪ ਨੂੰ ਲਖੋ ਸੁਨਾਹੀ, ਇਹਨੂੰ ਵੀ ਆਪਣਾ ਰੂਪ ਨਾ ਜਾਣੋ। ਇਨ ਤੇ ਪਰੇ ਨਿਰੰਜਨ ਰੂਪ, ਇਹ ਤੋਂ ਪਰੇ ਨਿਰੰਜਨ ਰੂਪ ਆ। ਨਿਰੰਜਨ ਜਿਹੜਾ ਮਾਇਆ ਤੋਂ ਰਹਿਤ ਆ। ਨਿਰਾਵੈਵਾਤਮ ਅਨੂਪ, ਜਿਹੜਾ ਆਤਮਾ ਆ ਉਹ ਅਨੂਪ ਬੜਾ ਸੁੰਦਰ ਆ। ਨਿਰਾਵੈ, ਉਹਦੇ 'ਚ ਕੋਈ ਵੀ
अवैब नहीं, ਉਹਦਾ ਕੋਈ ਹਿੱਸਾ ਅੰਗ ਪਤੰਗ ਨਹੀਂ ਹੋ ਸਕਦਾ। ਤੇਖ ਕੋ ਹੋਤ ਜਨਮ ਨੇ ਮਰਨਾ, ਉਹਦਾ ਜੰਮਣ ਮਰਨ ਨਹੀਂ ਹੁੰਦਾ। ਹਰ ਇੱਕ ਸੋਗ ਰੰਚਰ ਨੇ ਵਰਨਾ, ਹਰ ਇੱਕ ਸੋਗ ਵੀ ਥੋੜ੍ਹਾ ਮਾਤਰ ਉੱਥੇ ਨਹੀਂ ਵਰਤਦਾ, ਇਹ ਵੀ ਵਰਤਾਰਾ ਨਹੀਂ ਵਰਤਦਾ, ਹਰ ਇੱਕ ਸੋਗ ਰੰਚਰ ਨੇ ਵਰਨਾ। ਹਾਂਜੀ, ਅਤੇ ਥੋੜ੍ਹਾ ਮਾਤਰ ਵੀ ਜਿਹੜਾ ਹਰ ਇੱਕ ਸੋਗ ਆ ਉਹਦੇ ਵਿੱਚ ਨਹੀਂ ਹੁੰਦਾ ਹੈ, ਇਹ ਐਸਾ ਨਹੀਂ ਕਿਹਾ ਜਾਂਦਾ। ਅਤੇ ਕਿਉਂਕਿ ਉਹ ਹਰ ਇੱਕ ਸੋਗ ਤੋਂ ਰਹਿਤ ਆ। ਹਰ ਇੱਕ ਸੋਗ ਜਿਹੜਾ ਉਹਦਾ ਉੱਥੇ ਵਰਣਨ ਨਹੀਂ ਹੁੰਦਾ ਹੈ, ਕਥਨ ਨਹੀਂ ਹੁੰਦਾ। ਰਾਗ ਨਾ ਦਵੈਸ਼ ਨਾ ਮੋਹ ਨਾ ਮਾਇਆ, ਨਾ ਰਾਗ ਆ ਨਾ ਦਵੈਸ਼ ਆ ਨਾ ਮੋਹ ਆ ਨਾ ਮਾਇਆ। ਰੋਗ ਵਿਯੋਗ ਨਾ ਭੋਗ ਜਾਇਆ, ਨਾ ਰੋਗ ਆ ਨਾ ਕੋਈ ਵਿਛੋੜਾ ਆ ਵਿਯੋਗ, ਨਾ ਕੋਈ ਭੋਗ ਆ ਉਹ ਅਜਾਇਆ ਜਨਮ ਤੋਂ ਰਹਿਤ ਆ। ਸਤ ਚੇਤਨ ਆਨੰਦ ਮਹਾਨਾ, ਸਤ ਚੇਤਨ ਤੇ ਆਨੰਦ ਸਰੂਪ ਹੈ ਮਹਾਨ। ਐਸੋ ਰੂਪ ਆਪਣੋ ਜਾਣਾ, ਐਸਾ ਰੂਪ ਤੁਸੀਂ ਆਪਣਾ ਜਾਣੋ। ਤਾਤਕ ਤਾਹੇ ਵਿਕਾਰ ਨਾ ਹੋਈ, ਉੱਥੇ ਪੰਜਾਂ ਤੱਤਾਂ ਦਾ ਆਤਮਾ 'ਚ ਕੋਈ ਵਿਕਾਰ ਨਹੀਂ, ਦੋਸ਼ ਨਹੀਂ ਹੁੰਦਾ। ਕਲਪਤ ਸਭ ਉਪਾਦ ਸੋ ਹੋਈ, ਕਿਉਂਕਿ ਉਹਦੀ ਸਾਰੀ ਜਿਹੜੀ ਉਪਾਧੀ ਹੈ ਹਾਂਜੀ ਕਲਪਤ ਝੂਠੀ ਹੁੰਦੀ ਹੈ। ਜਿਉਂ ਰੱਜੂ ਮੈਂ ਹੈ ਅਗਿਆਨਾ, ਜਿਵੇਂ ਰੱਸੀ ਨੂੰ ਦੇਖ ਕੇ ਜਿਹੜਾ ਅਗਿਆਨੀ ਹੈ ਉਹ ਰੱਸੀ ਨੂੰ ਦੇਖ ਕੇ ਸਮਝਦਾ। ਕਲਪੇ ਸਰਪ ਹੋਏ ਭੈ ਮੰਨਾ, ਉਹ ਸੱਪ ਦੀ ਕਲਪਨਾ ਕਰਕੇ ਡਰ ਮੰਨਦਾ ਹੈ। ਫੂਲ ਮਾਲ ਕੋ ਤਾਂ ਕੋ ਮੰਨੇ, ਕੋਈ ਉਹਨੂੰ ਫੁੱਲਾਂ ਦੀ ਮਾਲਾ ਸਮਝਦਾ ਹਨੇਰੇ 'ਚ। ਭੂਮ ਦਰਾਰ ਕੋਈ ਪਹਿਚਾਨੇ, ਕੋਈ ਕਹਿੰਦੇ ਧਰਤੀ ਦੇ ਵਿੱਚ ਕੋਈ ਦਰਾੜ ਜਿਹੀ ਪਈ ਹੋਈ ਐਸਾ ਪਛਾਣਦਾ ਹੋਏ। ਜੇ ਗਿਆਨ ਯਥਾਰਥ ਤਾਂ ਹੀ, ਜਦੋਂ ਕਹਿੰਦੇ ਰੱਸੀ ਦਾ ਅਸਲੀ ਗਿਆਨ ਹੋ ਜਾਂਦਾ, ਰੱਜੂ ਬਿਨਾਂ ਔਰ ਕਛ ਨਹੀਂ, ਰੱਸੀ ਬਿਨਾਂ ਹੋਰ ਤਾਂ ਕੁਛ ਵੀ ਨਹੀਂ। ਤਿਉਂ ਗਿਆਨ ਹੇਤ ਜਗ ਕੇਰੋ, ਹਾਂਜੀ ਇਸ ਤਰ੍ਹਾਂ ਜਿਹੜਾ ਗਿਆਨ ਆ ਇਹ ਸੰਸਾਰ ਦਾ ਹੇਤੂ ਕਾਰਨ ਆ। ਅਗਿਆਨ ਨਸ਼ਟ ਪਏ ਚੇਤਨਿਕ ਹੋ, ਜਿਹੜੇ ਨਸ਼ਟ ਹੋ ਜਾਂਦਾ ਇਹ ਚਾਰ ਛੇਕ ਚੇਤਨ ਨੂੰ ਦੇਖਦਾ ਹੈ ਹੇਰੋ। ਅਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੀ, ਐਸਾ ਕਹਿ ਕੇ ਮੇਰ ਦੀ ਦ੍ਰਿਸ਼ਟੀ ਨੂੰ ਦੇਖਿਆ। ਦਾਸ ਵਿਦਿਆ ਸਗਰੀ ਰੋਕੀ, ਦਾਸ ਦੀ ਸਾਰੀ ਵਿਦਿਆ ਜਿਹੜੀ ਰੋਕ ਦਿੱਤੀ, ਦੂਰ ਕਰ ਦਿੱਤੀ। ਇੱਕ ਸਰੂਪ ਕਾ ਦਰਸ਼ ਦਿਖਾਇਓ, ਇੱਕ ਸਰੂਪ ਦਰਸ਼ਨ ਦਿਖਾਤਾ, ਉਦੋਂ ਆਨੰਦ ਮਝਾਰ ਸਮਾਇਓ। ਆਨੰਦ ਸਾਗਰ ਸਮਾ ਗਿਆ, ਉਦਤ ਸਾਗਰ। ਲੈਣੇ ਕੀ ਸਮਾਧ ਤੇ ਕਾਲਾ, ਪਾਈ ਲੈਣਾ ਜਿਹਦੀ ਉਸ ਵੇਲੇ ਸਮਾਧੀ ਲੱਗੀ। ਅਖੰਡ ਨਮਗਨ ਮਸਾਲਾ, ਉਹਦੇ 'ਚ ਮਸਤ ਹੋ ਗਿਆ, ਅਖੰਡ ਸਮਾਧੀ ਲੱਗ ਗਈ। ਜਨ ਦਿਨ ਕਰ ਕੋਟਕ ਚੜ੍ਹ ਗਏ, ਜਿਵੇਂ ਦਿਨ ਕਰ ਕਰੋੜਾਂ ਸੂਰਜ ਚੜ੍ਹ ਗਏ। ਹੁਣ ਕਿਰਪਾ ਸੁਆਸ ਪ੍ਰਕਾਸ਼ ਨਿਰਮੈ, ਕਿਰਪਾ ਨੇ ਐਸਾ ਪ੍ਰਕਾਸ਼ ਨਿਰਮੈ ਪੈਦਾ ਹੋ ਗਿਆ। ਸਗਰੋ ਤਿਮਰਾ ਗਿਆਨ ਨਸਾਇਓ, ਸਾਰਾ ਅਗਿਆਨਤਾ ਦਾ ਹਨੇਰਾ ਨਸਾ ਦਿੱਤਾ, ਦੂਰ ਕਰਤਾ। ਲੇਸ਼ ਵਿਦਿਆ ਕੋ ਨ ਰਹਾਇਓ, ਅਵਿਦਿਆ ਦਾ ਥੋੜ੍ਹਾ ਲੇਸ਼ ਮਾਤਰ ਵੀ ਨਹੀਂ ਰਹੀ। ਕਿਤ ਕਾਲ ਪੁਨ ਛੁੱਟੀ ਸਮਾਧਾ, ਕੋਈ ਸਮੇਂ ਬਾਅਦ ਸਮਾਧੀ ਜਿਹੜੀ ਖੁੱਲੀ। ਪਿਖੇਗਾਰੀ ਗੁਰੂ ਅਗਾਧਾ, ਅੱਗੇ ਫਿਰ ਅਗਾਧ ਬੋਧ ਸਤਿਗੁਰੂ, ਜਿਹੜੇ ਸਤਿਗੁਰੂ ਉਹਨਾਂ ਨੂੰ ਦੇਖਿਆ। ਪਰਿਓ ਪਦ ਪੰਕਜ ਤਤਕਾਲਾ, ਫਿਰ ਸਤਿਗੁਰੂ ਜੀ ਦੇ ਹਾਂਜੀ ਚਰਨਾਂ ਦੇ ਵਿੱਚ ਹਾਂਜੀ ਬੜੀ ਛੇਤੀ ਚਰਨ ਕਮਲਾਂ ਦੇ ਵਿੱਚ ਪੈ ਗਏ। ਭਾਵ ਕਿ ਨਮਸਕਾਰ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਵੀ ਤੁਸੀਂ ਹਾਂਜੀ ਕਿ ਆਪ ਨੇ ਮੇਰੇ 'ਤੇ ਬੜੀ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਇਸ ਵਾਸਤੇ ਚਰਨਾਂ 'ਚ ਫਿਰ ਨਮਸਕਾਰ ਕੀਤੀ ਹੈ। ਭੁਜੰਗ ਪ੍ਰਜਾਤ ਛੰਦ, ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ, ਤੁਸੀਂ ਗਿਆਨ ਦੇ ਦੇਣ ਵਾਲੇ ਆ, ਤੁਹਾਡੇ ਚਰਨਾਂ 'ਤੇ ਮੇਰੀ ਨਮਸਕਾਰ ਹੈ। ਪਾਦ ਕੰਜੰ ਚਰਨ ਕਮਲਾਂ 'ਤੇ। ਮਹਮੋਹ ਹੰਤਾ ਕਨ ਆਨੰਦ ਦਾਤਾ, ਮਹਮੋਹ ਨੂੰ ਨਾਸ ਕਰਨ ਵਾਲੇ, ਘਣੇ ਆਨੰਦ ਦੇ ਦਾਤੇ ਆ, ਗਾੜੇ ਆਨੰਦ ਦੇ। ਨਮੋ ਲੋਕ ਲੋਕੇਸ਼ਵਰੰ, ਲੋਕ ਕਰਤਾ, ਇਸ ਵਾਸਤੇ ਲੋਕਾਂ ਸਾਰੇ ਲੋਕਾਂ ਦੇ ਤੁਸੀਂ ਈਸ਼ਰਿਆਂ ਕਰਤੇ ਆ, ਤੁਹਾਨੂੰ ਮੇਰੀ ਨਮਸਕਾਰ ਹੈ। ਸਦਾ ਸਰਵ ਥਾਨੰ, ਸਦਾ ਸਰਵ ਭਰਤਾ, ਸਾਰੀਆਂ ਜਗ੍ਹਾ ਵਿੱਚ ਸਾਰਿਆਂ ਨੂੰ ਭਰਨ ਵਾਲੇ ਤੁਸੀਂ ਆ, ਸਾਰਿਆਂ ਦੀ ਪਾਲਣਾ ਕਰਨ ਵਾਲੇ। ਪਰਲੇ ਕਲਕਾਰੀ ਨਮੋ ਸਰਵ ਥਾਨੰ, ਹਾਂਜੀ ਪਰਲੋ ਕਾਲ ਨੂੰ ਕਰਨ ਵਾਲੇ ਆ, ਤੁਹਾਨੂੰ ਮੇਰੀ ਔਰ ਸਾਰੀਆਂ ਜਗ੍ਹਾ 'ਚ ਵੀ ਤੁਸੀਂ ਆ, ਤੁਹਾਨੂੰ ਨਮਸਕਾਰ ਆ। ਮਕੰਦੰ ਪਖੰਡੰ ਨਕੰਦੰ ਪਰਮਾਰਥੰ, ਹਾਂਜੀ ਮਕੰਦੰ ਮੁਕਤੀ ਦਾ ਤੇ ਪਖੰਡ ਦਾ ਨਾਸ ਕਰਨ ਵਾਲੇ, ਔਰ ਨਕੰਦੰ ਕੱਟਣ ਵਾਲੇ, ਹਾਂਜੀ ਪਰਮਾਤਮ ਮੱਥ ਸੁੱਟਣ ਵਾਲੇ, ਤੁਹਾਨੂੰ ਨਮਸਕਾਰ ਹੈ। ਧਰਿਓ ਦੇ ਹੇਤੰ ਦੁਖੀ ਦੇਖ ਜਨਤੰ,
ਜਨਤਾ ਨੂੰ ਦੁਖੀ ਦੇਖ ਕੇ ਤੁਸੀਂ ਸਰਗੁਣ ਸਰੂਪ ਧਾਰਿਆ ਹੈ। ਕਿਰਪਾਲੰ ਵਿਸਾਲੰ ਅਕਾਲੰ ਅਨੰਤੰ। ਕਿਰਪਾਲੂ ਵਿਸਾਲ ਬਹੁਤ ਵਿਸ਼ਾਲ ਆ, ਵੱਡੇ ਆ। ਅਕਾਲ ਕਾਲ ਤੋਂ ਰਹਿਤ ਅਨੰਤੰ, ਅਨੰਤਿਆਂ ਤੁਹਾਡਾ ਅੰਤ ਨਹੀਂ। ਕਰੀ ਕੋਟ ਤਾਰੇ ਅਗੰਗੋਗ ਕਾਰੀ, ਕਈ ਕਰੋੜਾਂ ਪਾਪੀਆਂ ਨੂੰ ਤਾਰਿਆ ਆ। ਹਾਂਜੀ, ਅਤੇ ਅਗੰਗੋਗ ਕਾਰੀ ਜਿਹੜੇ ਬਹੁਤ ਬੜੇ ਬੜੇ ਪਾਪੀ ਐਸੇ ਸੀਗੇ, ਉਹਨਾਂ ਨੂੰ ਤੁਸੀਂ ਤਾਰਿਆ। ਮਹਾਂ ਦੁੱਖ ਦਾਹੇ ਦਤਾਰੰਗ ਉਦਾਰੀ, ਮਹਾਂ ਦੁੱਖਾਂ ਨੂੰ ਸਾੜਿਆ। ਹੇ ਦਾਤਾ ਦਤਾਰ ਉਦਾਰੀ, ਬੜੇ ਉਦਾਰ ਖੁੱਲ ਦਿਲੇ ਹੋ। ਪਰਮ ਪਰਮੰ ਪਰਮ ਈਸੰ ਪਰਮੰ ਪਰਮ ਬੇਤਾ। ਫਿਰ ਤੁਸੀਂ ਵੱਡਿਆਂ ਤੋਂ ਵੱਡੇ, ਹਾਂਜੀ, ਈਸ਼ਵਰ ਆ ਅਤੇ ਪਰਮ ਬੇਤਾ, ਬਹੁਤ ਵੱਡੇ ਗਿਆਨਵਾਨ ਹੋ। ਪਰਮੰ ਪਰਮ ਆਸ਼ਰੋ ਪਰਮ ਪਰਮ ਜੇਤਾ। ਔਰ ਸਾਰਿਆਂ ਦੇ, ਹਾਂਜੀ, ਵੱਡਿਆਂ ਦੇ ਆਸਰੇ ਆ ਅਤੇ ਏਡੇ ਵੱਡੇ ਆ ਕਿ ਤੁਹਾਡੇ ਜਿੱਡਾ ਪਰਮ ਜੇਤਾ, ਤੁਹਾਡੇ ਜਿੰਨਾ ਹੋਰ ਕੋਈ ਵੀ ਨਹੀਂ। ਪਰਮ ਆਨੰਦ ਮਾਧੋ ਪਰਮ ਪ੍ਰੇਮ ਪਾਸੰ। ਤੁਸੀਂ ਪਰਮ ਆਨੰਦ ਸੂਰਿਆ ਔਰ ਪ੍ਰੇਮੀਆਂ ਦੇ ਪ੍ਰੇਮ ਕਰਕੇ ਬਹੁਤ ਪਾਸੰ ਨੇੜੇ ਆ। ਪ੍ਰਭੂ ਪਰਮ ਪੂਰੰ ਪਰਮ ਪਿਆਰ ਦਾਸੰ। ਅਤੇ ਤੁਸੀਂ ਹੇ ਪ੍ਰਭੂ ਪਰਮ ਪੂਰਨ, ਮਹਾਨ ਪੂਰੇ ਆ ਅਤੇ ਪਰਮ, ਅਤੇ ਆਪਣੇ ਪਰਮ ਪਿਆਰ, ਵੱਡੇ ਪਿਆਰ ਕਰਨ ਵਾਲਿਆਂ ਦਾਸਾਂ ਨਾਲ ਬਹੁਤ ਪਿਆਰ ਕਰਦੇ ਹਾਂ। ਆਪਰੋਖੰ ਸੋ ਪ੍ਰੋਖੰ ਪਰਮੰ ਰੂਪ ਤੇਰੋ। ਔਰ ਤੁਸੀਂ ਆਪੇ ਹੀ ਛੁਪੇ ਰੂਪ ਤੋਂ ਪ੍ਰਗਟ ਹੋ ਜਾਂਦੇ ਆ। ਔਰ ਇਹ ਸਤਿਗੁਰੂ ਤੁਸੀਂ ਆਪੇ ਹੀ ਮਹਾਨ ਰੂਪ ਆ। ਤੁਸੀਂ ਇੱਕ ਨਿਯੰਤਾ ਸਦਾ ਮੈਂ ਕੇਰੋ। ਤੁਸੀਂ, ਹਾਂਜੀ, ਸਾਰਿਆਂ ਦੇ ਨਿਯੰਤਾ ਪ੍ਰੇਰਕ ਆ ਔਰ ਸਾਰਿਆਂ ਦੇ ਅੰਦਰ ਰਹਿਣ ਵਾਲੇ ਆ। ਸਦਾ ਮੈਂ ਕੇਰੋ, ਅਤੇ ਸਾਡੇ 'ਤੇ ਸਦਾ ਵਾਸਤੇ ਮੈਂ ਦਇਆ ਕਰੋ। ਮੈਂ ਕਰਨ ਵਾਲੇ ਆ, ਹਾਂਜੀ, ਪ੍ਰੇਰਨਾ ਕਰਨ ਵਾਲੇ ਵੀ ਆ, ਦਇਆ ਕਰਨ ਵਾਲੇ ਵੀ ਆ। ਸਮਾਨੰ ਨਾਨਕ ਬਖਾਨੰ ਕੇ ਕੀਜੈ। ਤੁਹਾਡੇ ਸਮਾਨਾਨ ਕੋਈ ਹੈ ਨਹੀਂ ਹੈ, ਕੀ ਬਖਾਨ ਕਰਕੇ ਦਸੀਏ। ਨਿਧਾਨੰ ਮਹਾਨੰ ਸੋ ਜਾਨੰ ਪੁਨੀਜੈ। ਔਰ ਆਪ ਦੇ ਬਰਾਬਰ ਕੋਈ ਹੋ ਨਹੀਂ ਸਕਦਾ। ਮਹਾਨ ਖਜ਼ਾਨਿਆਂ ਦੇ ਖਜ਼ਾਨੇ ਜਾਨੰ ਭਨੀਜੈ। ਹਾਂਜੀ, ਇਹਦਾ ਕੀ ਹੈ, ਜਾਣ ਕੇ ਭਨੀਜੈ ਵਰਣਨ ਕਰੀਏ, ਕੀਤਾ ਨਹੀਂ ਜਾਂਦਾ। ਪੁਰਾਣੰ ਸੁਭਾਨੰ ਪ੍ਰੇਮੰ ਪਵਿੱਤਰੰ। ਤੁਸੀਂ ਸਾਰਿਆਂ ਤੋਂ ਪੁਰਾਣੇ ਆਦਿ ਰੂਪ ਆ। ਸੁਭਾਨੰ ਪ੍ਰਕਾਸ਼ ਰੂਪ ਆ, ਪ੍ਰੇਮ ਦਾ ਰੂਪ ਪਵਿੱਤਰ ਆ। ਨਿਰਾਲੰਬ ਨਾਥੰ ਨਿਰਾਲੰਬ ਚਿੱਤਰੰ। ਤੁਸੀਂ ਕਿਸੇ ਦੇ ਆਸਰੇ ਨੇ, ਸਾਰਿਆਂ ਨੂੰ ਆਸਰਾ ਦੇਣ ਵਾਲੇ ਆ, ਸਾਰਿਆਂ ਦੇ ਨਾਥ ਮਾਲਕ। ਔਰ ਨਿਰਾਲੰਬ ਚਿੱਤਰੰ, ਹਾਂਜੀ, ਫਿਰ ਇਸ ਵਾਸਤੇ ਨਿਆਸਰਾਂ ਦਾ ਆਸਰਾ ਹੋ ਗਏ ਅਤੇ ਆਪ ਦਾ ਜਿਹੜਾ ਚਿੱਤਰੰਗ ਸਰੂਪ ਆ ਉਹ ਨਿਰਾਸਰੇ ਆ। ਨਿਰਾਕਾਰ ਸਕਾਰੰ ਏਕੋ ਤੂੰ ਹੀ ਹੈ। ਤੁਸੀਂ ਨਿਰਾਕਾਰ ਸਕਾਰ ਰੂਪ, ਤੁਸੀਂ ਦੋਨੋਂ ਰੂਪ ਆਪੇ ਆ, ਸਰਗੁਣ ਵੀ ਅਤੇ ਨਿਰਗੁਣ ਵੀ। ਅਜਾ ਅਤੇ ਪਰੇ ਰੂਪ ਤੇਰੋ ਸਹੀ ਹੈ। ਤੁਸੀਂ ਫਿਰ ਅਜਾ ਮਾਇਆ ਤੋਂ ਪਰੇ ਹੈ, ਇਹ ਤੇਰਾ ਰੂਪ ਸਹੀ ਕਰਕੇ ਜਾਣਿਆ ਹੈ। ਅਲੱਖੰ ਅਪੱਖੰ ਅਕੱਥੰ ਅਲੇਖੰ। ਹਾਂਜੀ, ਅਲੱਖੰ, ਤੁਹਾਨੂੰ ਕੋਈ ਲੱਖ ਨਹੀਂ ਸਕਦਾ। ਅਪੱਖੰ, ਔਰ ਇਸ ਵਾਸਤੇ ਤੁਸੀਂ, ਹਾਂਜੀ, ਅਲੱਖ ਸਰੂਪ ਆ। ਅਪੱਖ ਕੁਛ ਖਾਂਦੇ ਨਹੀਂ। ਅਕੱਥੰ, ਤੁਹਾਨੂੰ ਕਥਨ ਕਰਨ ਦੱਸ। ਅਲੇਖੰ, ਲੇਖਿਆਂ ਤੋਂ ਰਹਿਤ। ਅਮੋਹੰ, ਮੋਹ ਤੋਂ ਰਹਿਤ। ਆਦਰੋਹੰ, ਛਲ ਧੋਖੇ ਤੋਂ ਰਹਿਤ। ਅਜੋਹੰ, ਇਹਨਾਂ ਅੱਖਾਂ ਨਾਲ ਦੇਖੇ ਨਹੀਂ ਜਾ ਸਕਦੇ। ਅਭੇਖੰ, ਭੇਸ ਤੋਂ ਰਹਿਤ ਆ। ਨਾ ਮਿੱਤੰ ਅਕਿਤਯੰ ਸੋ ਨਿਤਯੰ ਅਜਿਤਯੰ। ਤੁਸੀਂ ਮਿੱਤਰ ਰਹਿਤ ਆ। ਅਕਿਤਯੰ, ਹਾਂਜੀ, ਕਿੱਤਿਆਂ ਤੋਂ ਅਕਿਰਿਆ ਕਿਰਤ ਤੋਂ ਰਹਿਤ ਆ। ਨਿਤਯੰ, ਨਿਤ ਸਰੂਪ ਆ। ਅਜਿਤਯੰ, ਤੁਸੀਂ ਜਿੱਤੇ ਨਹੀਂ ਜਾ ਸਕਦੇ। ਅਮਾਯੰ ਤੋਂ ਦਾਸੰ ਸਹਾਇੰ ਤਾਂ ਚਿਤਯੰ। ਫਿਰ ਇਸ ਪਾਸੇ ਅਮਾਯੰ, ਆਪਣੇ ਦਾਸਾਂ ਨੂੰ ਮਾਇਆ ਤੋਂ ਰਹਿਤ ਕਰ ਦਿੰਦੇ ਆ। ਸਹਾਇੰ ਤਾਂ ਚਿਤਯੰ, ਜਿਹੜੇ ਚੇਤੋਂ ਨੂੰ ਚੇਤੇ ਕਰਦੇ ਉਹਨਾਂ ਦੀ ਸਹਾਇਤਾ ਕਰਦੇ ਹੋ। ਮਨੋ ਕਾਨਨੰ ਕਾਮ ਕ੍ਰੋਧੰ ਗੈ ਸੇ। ਔਰ ਫਿਰ ਕਹਿੰਦੇ ਮਨੋ ਕਾਨਨੰ, ਜਿਹੜੀ ਮਨ ਰੂਪੀ ਜੰਗਲ ਦੇ ਵਿੱਚ ਕਾਮ ਕ੍ਰੋਧ, ਹਾਂਜੀ, ਵਰਗੇ ਜਿਹੜੇ ਹੈਗੇ ਗੈ ਹਾਥੀ ਆ, ਉਹਨਾਂ ਨੂੰ ਦੂਰ ਕਰਨ ਵਾਲੇ ਆ। ਤੁਮਰੇ ਸੋ ਬੈਨ ਇਹ ਸਿੰਘ ਜੈਸੰ। ਤੁਹਾਡੇ ਜਿਹੜੇ ਬਚਨ ਆ, ਤੁਹਾਡੀ ਬਾਣੀ ਆ, ਹਾਂਜੀ, ਤੁਹਾਡੀ ਆਵਾਜ਼ ਕਹਿ ਦਿਓ ਬੈਨ ਬਚਨ, ਉਹ ਸ਼ੇਰ ਜੈਸੇ ਆ। ਜਿਵੇਂ ਸ਼ੇਰ ਦੀ
ਗਰਜਣਾ ਸੁਣ ਕੇ ਹਾਥੀ ਭੱਜ ਜਾਂਦੇ ਨੇ। ਇਸ ਤਰ੍ਹਾਂ ਤੁਹਾਡੀ ਜਿਹੜੀ ਬਾਣੀ ਹੈ ਉਹਦੇ ਮੂਹਰੇ ਬਕਾਰ ਨਹੀਂ ਰਹਿੰਦੇ। ਅੰਧੇਰੇ ਮਹਾਮੋਹ ਕੋ ਮਾਰ ਤੰਡੰ, ਇਹ ਜਿਹੜਾ ਮਹਾਮੋਹ ਦਾ ਹਨੇਰਾ ਇਹਨੂੰ ਦੂਰ ਕਰਨ ਲਈ ਤੁਸੀਂ ਮਾਰਤੰਡ ਸੂਰਜ ਦੀ ਨਿਆਈ ਆ। ਨਰੀਹੰ ਨਿਰਵਾਣੰ ਸਦਾ ਜੈ ਅਖੰਡੰ, ਨਰੀਹੰ ਇੱਛਾ ਤੋਂ ਰਹਿਤ, ਨਿਰਵਾਣੰ ਦੁੱਖ ਤੋਂ ਰਹਿਤ। ਤੁਹਾਡੀ ਸਦਾ ਜੈ, ਤੁਸੀਂ ਖੰਡ ਤੋਂ ਰਹਿ ਟੁਕੜੇ ਨਹੀਂ ਕੀਤੇ ਜਾਂਦੇ, ਅਖੰਡ ਰਹਿੰਦੇ ਆ। ਦੁਖੰ ਦੁੰਦ ਸਿੰਧੰ ਅਗਸਤੰ ਅਨੂਪੰ। ਔਰ ਫਿਰ ਜਿਹੜੇ ਹਾਂਜੀ ਦੁੱਖ ਆ, ਦਵੈਸ਼ ਰੂਪੀ ਦੁੱਖ ਤੇ ਸਿੰਧੰ, ਇਹ ਜਿਹੜਾ ਐਸਾ ਦਵੈਸ਼ ਦੁੱਖ ਰੂਪੀ ਸਮੁੰਦਰ ਆ, ਇਹਦੇ ਵਾਸਤੇ ਤੁਸੀਂ ਅਗਸਤ ਮੁਨੀ ਆ। ਹਾਂਜੀ ਅਗਸਤ ਮੁਨੀ ਆ ਕਿ ਜਿਵੇਂ ਅਗਸਤ ਮੁਨੀ 2.5 ਜੂਨ ਸਮੁੰਦਰ ਪੀ ਲਿਆ ਸੀ, ਇਸ ਤਰ੍ਹਾਂ ਤੁਸੀਂ ਹਾਂਜੀ ਆਪਣਾ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲੇ ਆ। ਨਮਸਤੰ 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 ਸਰੂਪੰ, ਤੁਹਾਡੇ ਸਰੂਪ ਜਿਹੜਾ ਅਨੂਪਮ ਸੁੰਦਰ ਸਰੂਪ ਆ, ਇਹਨੂੰ ਮੇਰੀ ਨਮਸਕਾਰ ਆ, ਨਮਸਕਾਰ ਆ, ਨਮਸਕਾਰ ਆ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਦੋਹਰਾ। ਇਸ ਵਿਦੋਸਤਤ ਕਰ ਬਹੁਤ ਰਹਿਓ ਚਰਨ ਲਿਪਟਾਏ। ਇਸ ਤਰ੍ਹਾਂ ਕਰਕੇ ਫਿਰ ਮਹਾਰਾਜ ਚਰਨਾਂ ਨਾਲ ਜੁੜ ਗਏ। ਹਾਂਜੀ ਪਠੈ ਸੁਨੇ ਇਸ ਕੋ ਜੋ ਨਰ ਸਰਵ ਫਲੰ ਸੁਖ ਪਾਏ, ਜਿਹੜਾ ਕਹਿੰਦੇ ਇਹਨੂੰ ਪੜ੍ਹੇਗਾ ਸੁਣੇਗਾ ਮਹਾਰਾਜ ਦੀ ਉਸਤਤ ਨੂੰ, ਸਾਰੇ ਸੁਖ ਪਾਏਗਾ। ਚੌਪਈ ਧੰਨ ਗੁਰੂ ਤੁਮਰੀ ਗਤ ਨਿਆਰੀ, ਇਹ ਪਾਤਸ਼ਾਹ ਤੁਸੀਂ ਧੰਨ ਆ, ਤੁਹਾਡੀ ਗਤੀ ਜਿਹੜੀ ਨਿਆਰੀ ਹੈ। ਅਚਰਜ ਰੂਪ ਸੋ ਦੀਨ ਦਿਖਾਰੀ, ਆਪ ਜੀ ਨੇ ਕਿਰਪਾ ਕਰਕੇ ਅਸਚਰਜ ਰੂਪ ਦਿਖਾਇਆ ਹੈ। ਭਰਮ ਕਪਾਟ ਸੋ ਕਾਟ ਹਟਾਏ, ਜਿਹੜੇ ਭਰਮ ਦੇ ਕਪਾਟ ਪੜਦੇ ਸੀ ਉਹ ਕੱਟ ਕੇ ਹਟਾ ਦਿੱਤੇ। ਪਰਮਾਨੰਦ ਮਝਾਰ ਮਿਲਾਏ, ਪਰਮਾਨੰਦ ਸਰੂਪ ਦੇ ਵਿੱਚ ਮੈਨੂੰ ਕਿਰਪਾ ਕਰਕੇ ਤੁਸੀਂ ਮਿਲਾ ਦਿੱਤਾ ਹੈ। ਸੁਣਤ ਗਿਆਨ ਕਨ ਪਰਮ ਕਿਰਪਾਲਾ, ਇਹ ਸੁਣ ਕੇ ਜਿਹੜੇ ਗਿਆਨ ਦੇ ਘਣ ਬੱਦਲ ਸੀ ਬੜੇ ਪਰਮ ਕਿਰਪਾਲੂ ਹੋਏ। ਪ੍ਰਸੀਦੇ ਤੇ ਕਾਲ ਵਸਾਲਾ, ਉਸ ਸਮੇਂ ਬਹੁਤ ਪ੍ਰਸੰਨ ਹੋਏ। ਸਰਵ ਸ਼ਕਤੀ ਹੈ ਜੀ, ਸਰਵ ਸਿੱਧੀਆਂ ਦੇ ਜਿੰਨੀ ਸ਼ਕਤੀ ਖਰੀ ਅਗਾਰੀ ਕਰਦੀ ਹੈ 33, ਉਹ ਸਾਰੀ ਭਾਈ ਲਹਿਣੇ ਦੇ ਅੱਗੇ ਸ਼ਕਤੀ ਜਿੰਨੀ ਸੀ ਖੜੀ ਕਰ ਦਿੱਤੀ। ਸੁਣ ਪੁਰਖਾ ਤੁਝ ਭਾ ਅਬ ਗਿਆਨਾ, ਕਹਿਣ ਲੱਗੇ ਕਿ ਪੁਰਖਾ ਸੁਣ ਲਾ, ਹੁਣ ਤੈਨੂੰ ਗਿਆਨ ਹੋ ਗਿਆ। ਦਵੈਤ ਭਾਵ ਵਰਤੇ ਵਿਸਰਾਨਾ, ਜਿਹੜਾ ਦਵੈਸ਼ ਭਾਵ ਸੀ ਉਹ ਹਿਰਦੇ ਚੋਂ ਤਿਆਗਤਾ। ਸਰਵ ਜੇ ਸ਼ਕਤੀ ਪ੍ਰਾਪਤ ਹੋਈ, ਸਾਰੀਆਂ ਸ਼ਕਤੀਆਂ ਨੂੰ ਪ੍ਰਾਪਤ ਹੋ ਗਈਆਂ। ਚੌਹ ਸੋ ਕਰੋ ਵਿਲੰਬ ਨਾ ਕੋਈ, ਹੁਣ ਤੂੰ ਜੋ ਮਰਜ਼ੀ ਕਰ, ਇਹਦੇ 'ਚ ਕੋਈ ਦੇਰੀ ਨਾ ਲਾ। ਤਦ ਵਸੁਨ ਮੋਰੀ ਮਤ ਜੋ, ਫਿਰ ਵੀ ਜਿਹੜੀ ਮੇਰੀ ਮਤ ਮੇਰੀ ਸਲਾਹ ਹੈ ਉਹਨੂੰ ਸੁਣ ਲੈ। ਨੀਕੇ ਦਿੜ ਕੀ ਜੈ ਔਰ ਸੋ, ਕਹਿੰਦੇ ਨੂੰ ਚੰਗੀ ਤਰ੍ਹਾਂ ਹਿਰਦੇ 'ਚ ਪੱਕੀ ਕਰ ਲੈ। ਪਰਵਲ ਵੱਡੋ ਕਲ ਕਾਲ ਅਗਾਰੀ, ਇਹ ਜਿਹੜਾ ਕਲਯੁਗ ਆ ਅੱਗੇ ਬਹੁਤ ਵੱਡਾ ਪਰਵਲ ਬਲ ਵਾਲਾ। ਉਪਜੈ ਮੰਦਮਤੀ ਨਰ ਭਾਰੀ, ਭੈੜੀ ਬੁੱਧੀ ਵਾਲੇ ਬੰਦੇ ਬਹੁਤ ਜੰਮਣਗੇ, ਪੈਦਾ ਹੋਣਗੇ। ਅਹੰ ਬ੍ਰਹਮ ਜੋ ਗਿਆਨ ਮੁਕੰਦਾ, ਇਹ ਜਿਹੜਾ ਹਾਂਜੀ ਆਪਣਾ ਗਿਆਨ ਤੇ ਮੁਕੰਦਾ ਮੁਕਤੀ ਦਾਤਾ ਆ, ਜਿਸ ਦੇ ਪ੍ਰਾਪਤ ਅੰਦਾਜ਼ੀ ਤੋਂ ਹਮੇਸ਼ਾ ਹਾਂਜੀ ਆਨੰਦ ਪ੍ਰਾਪਤ ਹੁੰਦਾ। ਸੋ ਤੈਂ ਨੀਕੇ ਹਿਰਦੇ ਮਾਹੇ, ਤੂੰ ਚੰਗੀ ਤਰ੍ਹਾਂ ਆਪਣੇ ਹਿਰਦੇ 'ਚ ਮੁਖਤੇ ਕਹਿਣ ਭਲੋ ਆਪਣੇ ਮੂੰਹ ਤੋਂ ਕਹਿਣਾ ਹੁਣ ਚੰਗਾ ਨਹੀਂ। ਬੋਲਣ ਭਾਉ ਭਗਤ ਕੀ ਰੀਤੀ, ਬੋਲਣ ਇਹ ਪ੍ਰੇਮਾ ਭਗਤੀ ਦੀ ਮਰਜ਼ਾਦਾ ਉਹ ਧਾਰਨੀ ਆ। ਸਤ ਸੰਗਤ ਕਰਨੋਂ ਜੁਤ ਪ੍ਰੀਤੀ, ਪ੍ਰੇਮ ਦੇ ਸਤ ਸੰਗਤ ਕਰਨੀ ਹੈ। ਸਤ ਸੰਗਤ ਆਪਨ ਆਪ ਕੋ ਕਬ ਨਾ ਜਨ, ਆਪਣਾ ਆਪ ਕਦੇ ਜਣਾਉਣਾ ਨਹੀਂ। ਗੁਰ ਸੇਵਨ ਦਿਨ ਰਹਿਣ ਬਤਾਵਨ, ਸਤਿਗੁਰੂ ਦੀ ਸੇਵਾ ਕਰਨ ਦਿਨ ਰਾਤ ਬਤੀਤ ਕਰਨਾ ਹੈ। ਜਿਸ ਆਚਾਰ ਕੋ ਨਰ ਸਭ ਦੇਖਾ, ਕਹਿੰਦੇ ਜਿਹੜੇ ਆਚਾਰ ਨੂੰ ਹਾਂਜੀ ਪੁਰਸ਼ ਦੇਖਣਗੇ ਲਗਿਆ ਕਰਨ ਹੋਇਆ ਭਲੇ ਵਿਸ਼ੇਖਾ, ਉਹ ਫਿਰ ਚੰਗੀ ਤਰ੍ਹਾਂ ਉਸੇ ਨੂੰ ਕਰਨ ਲੱਗ ਪਣਗੇ। ਵੱਡੇ ਲੋਕ ਜੋ ਕਰਦੇ ਨਾ ਦੂਏ ਵੀ ਦੇਖ ਕੇ ਉਵੇਂ ਕਰਦੇ ਆ। ਸਭ ਤੇ ਨੀਚ ਆਪ ਕੋ ਮਨ ਹੈ, ਆਪਣੇ ਆਪ ਨੂੰ ਸਾਰਿਆਂ ਨੂੰ ਨੀਵਾਂ ਮੰਨਣਾ। ਹਿਰਦੇ ਹੰਕਾਰ ਨਾ ਕਬਹੂ ਠਾਨੈ, ਹਿਰਦੇ ਕਦੇ ਵੀ ਹੰਕਾਰ ਨਹੀਂ ਧਾਰਨਾ। ਦੋਹਰਾ ਬ੍ਰਹਮ ਗਿਆਨੀ ਹੋਏ ਜੇ ਅਹੰ ਬ੍ਰਹਮ ਕਹਿ ਜੋਏ, ਜੇ ਕਹਿੰਦੇ ਸੱਚ ਬ੍ਰਹਮ ਗਿਆਨੀ ਹੋ ਜਾਏ ਕਹੇ ਮੈਂ ਬ੍ਰਹਮ ਆ, ਸੋ ਤੋ ਸਦੀ ਮੁਕਤ ਹੈ ਤਾਂ ਹੀ ਬਕਾਰ, ਉਹ ਤਾਂ ਸਦਾ ਮੁਕਤ, ਉਹਨੂੰ ਬਕਾਰ ਨਹੀਂ ਹੁੰਦਾ। ਲੇਕਿਨ ਚੌਪਈ ਪਰ ਕਲ ਕੇ ਨਰ ਹਵੈ ਸਿੱਖ ਤਾਂ ਹੀ, ਜਿਹੜੇ ਕਲਯੁਗ ਦੇ ਬੰਦੇ ਆ ਉਹ ਬ੍ਰਹਮ ਗਿਆਨੀ ਦੇ ਸੇਵਕ ਹੋਣਗੇ। ਜਿਨ ਕੇ ਹਿਰਦੇ ਸ਼ੁੱਧ ਫਲ ਨਹੀਂ, ਜਿਨ੍ਹਾਂ ਦੇ ਹਿਰਦੇ ਹਾਲੇ ਚੰਗੀ ਤਰ੍ਹਾਂ ਸ਼ੁੱਧ ਨਹੀਂ। ਸੁਣ ਕੇ ਕਹਿਣ ਲੱਗੇ ਪੁੰਤ ਐਸੇ, ਉਹ ਸੁਣ ਕੇ ਇਸ ਤਰ੍ਹਾਂ ਕਹਿਣ ਲੱਗ ਜਾਣਗੇ ਗੁਰੂ ਬਦਨ ਤੇ ਭਾਖੇ ਜੈਸੇ, ਜਿਵੇਂ ਗੁਰੂ ਆਪਣੇ ਬਦਨ ਮੁਖ ਤੋਂ ਕਹੇਗਾ। ਤਿਨ ਕੀ ਜਿਉਂ ਹੈ ਰੀਤ ਘੁਟਾਲੀ, ਫਿਰ ਕਹਿੰਦੇ ਉਹਨਾਂ ਦੀ ਜਿਹੜੀ ਰੀਤੀ ਬੜੀ ਘੁਟਾਲੀ ਭੈੜੀ ਹੈਗੀ ਆ। ਸੋ ਸੁਣ ਲਿਓ ਕਹੋਂ ਬਿਧ ਨਾਲੀ, ਤੇ ਵਿਧੀ ਨਾ ਕਹਿੰਦੇ ਉਹ ਚੰਗੀ ਤਰ੍ਹਾਂ ਸੁਣ ਲੈ। ਗਿਆਨ ਸਮਾਨ ਕਿਰਤ ਕੋ ਜਾਨੋ,
ਜਿਹੜਾ ਗਿਆਨ ਉਹ ਘਿਓ ਦੀ ਨਹੀਂ ਜਾਣਨਾ ਕਰੋ। ਉੱਤਮ ਗਰਭ ਵਿਸ਼ੇਸ਼ ਪਰਮਾਣੂ। ਫਿਰ ਇਸ ਤਰ੍ਹਾਂ ਕਹਿੰਦੇ ਆ ਹਾਂਜੀ ਪਰਮਾਣੂ ਵਿੱਚ ਹਾਂਜੀ ਇਹ ਭਾਰੀ ਹਾਂਜੀ ਉੱਤਮ ਜਿਵੇਂ ਘਿਓ ਆ ਨਾ ਚੰਗਾ ਆ ਪਰ ਖਾਣ ਵਿੱਚ ਬੜਾ ਭਾਰੀ ਹੈ ਅਤੇ ਪਚਣ ਵਾਲਾ ਨਹੀਂ। ਇਸ ਤਰ੍ਹਾਂ ਨੂੰ ਹਾਂਜੀ ਉੱਤਮ ਗਰਭ ਉੱਤਮ ਆ ਗਰਭ ਭਾਰਾ ਆ ਵਿਸ਼ੇਸ਼ ਪਰਮਾਣੂ ਵਿਸ਼ੇਸ਼ ਕਰਕੇ ਨਾਮ ਪਚਣ ਵਾਲਾ ਹੈ। ਕਫ ਸੁਭਾਅ ਜਿਨ ਕੀਰ ਮਹਾਨਾ ਜਿਨ੍ਹਾਂ ਦਾ ਕਫ ਬਲਗਮ ਵਾਲਾ ਸੁਭਾਅ ਬਹੁਤ ਹੈ ਤੇ ਨਰ ਕਿਰਤ ਕਰਹੀ ਜੇ ਪਾਨਾ। ਜੇ ਉਹ ਬੰਦੇ ਘਿਓ ਨੂੰ ਹਾਂਜੀ ਖਾਣਾ ਕਰਨ ਪਚੇ ਨਹੀਂ ਸੋ ਕਰਤ ਬਕਾਰਾ ਪਚੇਗਾ ਨਹੀਂ ਬਕਾਰ ਦੋਸ਼ ਕਰੇਗਾ। ਛਾਤੀ ਬੋਝ ਹੋਤ ਦੁੱਖ ਭਾਰਾ ਛਾਤੀ ਦੇ ਬੋਝ ਹੋਏਗਾ ਭਾਰੀ ਦੁੱਖ ਹੋਏਗਾ। ਹੋਤ ਰੋਗ ਕੋ ਕਾਰਨ ਸੋਈ ਉਹ ਘਿਓ ਰੋਗ ਦਾ ਕਾਰਨ ਬਣ ਜਾਏਗਾ। ਤੈਂ ਤੇ ਸੁਖੀ ਸ੍ਰੀ ਨਾ ਹੋਈ ਉਹ ਤਾਂ ਸ੍ਰੀ ਸੁਖੀ ਨਹੀਂ ਹੋਏਗਾ। ਅਚੋ ਹੇਤ ਸੁਖ ਹੋਵੈ ਵਿਪਰੀਤਾ ਹਾਂਜੀ ਖਾਧਾ ਤਾਂ ਸੁੱਖ ਦੇ ਵਾਸਤੇ ਸੀ ਅਚਿਓ ਖਾਧਾ ਪਰ ਹੋ ਗਿਆ ਉਲਟ। ਗੁਣ ਤੇ ਰਹਿਓ ਸਿ ਔਗਣ ਕੀਤਾ ਗੁਣ ਤਾਂ ਹੋਇਆ ਨਾ ਔਗਣ ਹੋ ਗਿਆ ਔਗਣ ਕਰਤਾ। ਪਿੱਤੀ ਕੋ ਜਿਨ ਕੇਰ ਸੁਭਾਉ ਜਿਨ੍ਹਾਂ ਦਾ ਪਿੱਤੀ ਗਰਮੀ ਦਾ ਸੁਭਾਅ ਤੇ ਕਿਰਤ ਪੀ ਕਰ ਚਾਹੇ ਪਚਾਊ ਉਹ ਕਿਉਂ ਪੀ ਕਰਕੇ ਜੇ ਪਚਾਉਣਾ ਜਾਣ ਤੈਨੂੰ ਕੋ ਅਤੀਸਾਰ ਦੁੱਖ ਹੋਈ ਉਹਨਾਂ ਨੂੰ ਫਿਰ ਅਤੀਸਾਰ ਦਸਤ ਲੱਗਣ ਦਾ ਦੁੱਖ ਹੋ ਜਾਏਗਾ। ਮਿਟਤ ਨਾ ਕਰੇ ਉਪਾਏ ਜੇ ਕੋਈ ਉਪਾਏ ਕਰੇ ਮਿਟੇਗਾ ਨਹੀਂ। ਇਹ ਵਿਚਛਣ ਮਾਨਵ ਜਈ ਜਿਹੜੇ ਵਿਚਛਣ ਸਿਆਣੇ ਪੁਰਸ਼ ਆ ਠਟੇ ਅਮੇਜ ਤਾਹੇ ਕੋ ਸੋਈ ਹਾਂਜੀ ਉਹ ਫਿਰ ਕੀ ਕਰਦੇ ਆ ਕੋਈ ਨਾ ਕੋਈ ਜਿਹੜੀ ਚੀਜ਼ ਹੈ ਨਾ ਉਹਨੂੰ ਤਾਹੇ ਕਿ ਸੋਈ ਉਹਦੇ 'ਚ ਅਮੇਜ ਮੈਨੇ ਮਿਲਾ ਕੇ ਫਿਰ ਵਰਤਦੇ ਆ। ਮਿਸ਼ਰੀ ਕੀ ਕਰ ਸੰਗ ਮਿਲਾਉਣੀ ਉਹਦੇ 'ਚ ਮਿਸ਼ਰੀ ਮਿਲਾ ਦਿੰਦੇ ਆ। ਖਾਏ ਸਾਧ ਸੋ ਪੁੰਨ ਗੁਣ ਲਾਉਣੀ ਫਿਰ ਕਹਿੰਦੇ ਹਨ ਉਹ ਸਵਾਦ ਨਾਲ ਖਾਂਦੇ ਆ ਅਤੇ ਲਾਉਣੀ ਮੈਨੇ ਬੜੇ ਸੁੰਦਰ ਗੁਣ ਪ੍ਰਾਪਤ ਹੁੰਦੇ ਆ। ਅਤੇ ਐਸੇ ਸੁਣੋ ਗਿਆਨ ਕੀ ਚਾਲੀ ਇਸ ਤਰ੍ਹਾਂ ਗਿਆਨ ਦੀ ਚਾਲ ਸੁਣ ਲਓ। ਪਾਏ ਰੀਤ ਜੇ ਸਹੋਤ ਘਟਾਲੀ ਜਿਹਨੂੰ ਪਾ ਕੇ ਬੜਾ ਹਾਂਜੀ ਭੈੜੀ ਰੀਤੀ ਘਟਾਲੀ ਹੋ ਜਾਂਦੀ ਹੈ ਹਾਂਜੀ ਮਾੜੀ ਚਾਲ ਹੋ ਜਾਂਦੀ ਹੈ ਉਹ ਵੀ ਸੁਣ ਲਓ। ਗਿਆਨ ਦੀ ਚਾਲ ਉਹ ਘਟਾਲੀ ਮੈਨੇ ਭੈੜੀ ਹੋ ਜਾਂਦੀ ਹੈ। ਜਿਨ ਕੋ ਕਫ ਹੰਕਾਰ ਘਨੇਰਾ ਜਿਹਨਾਂ ਨੂੰ ਕਫ ਰੂਪੀ ਬਹੁਤਾ ਹੰਕਾਰ ਆ ਸੁਣ ਤਾਂ ਗਿਆਨ ਤੈਨੂੰ ਵਧੇ ਵਧੇਰਾ ਉਹ ਸੁਣ ਕੇ ਉਹ ਗਿਆਨ ਹੋਰ ਵੱਧ ਜਾਂਦਾ। ਸਭ ਤੇ ਉੱਚ ਆਪ ਕੋ ਜਾਣੂ ਆਪਣੇ ਨੂੰ ਸਮਝਦੇ ਮੈਂ ਤਾਂ ਬੜਾ ਗਿਆਨੀ ਧਿਆਨੀ ਹਾਂ। ਅਨਕ ਪਖੰਡਨ ਕੀਵੇ ਦੇ ਠਾਨੇ ਅਨੇਕਾਂ ਪਖੰਡਾਂ ਦੀ ਵਿਧੀ ਉਹ ਠਾਨੇ ਧਾਰ ਲੈਂਦੇ ਕਰਨ ਲੱਗ ਪੈਂਦੇ ਆ। ਭਗਤ ਭਾਉ ਤਾਂ ਜੀ ਨਿਵੇ ਨਾ ਕਹੂ ਪ੍ਰੇਮਾ ਭਗਤ ਕਿਸੇ ਅੱਗੇ ਝੁਕਦੇ ਨਹੀਂ। ਛਾਤੀ ਰੋਗ ਬੋਝ ਹੋਏ ਤਾਂ ਹੂੰ ਉਹ ਛਾਤੀ ਰੋਗ ਹੋ ਜਾਂਦਾ ਬੋਝ ਹੋ ਜਾਂਦਾ ਉਹਨਾਂ ਨੂੰ ਬੋਝ ਪਿਆ ਰਹਿੰਦਾ। ਜਨਮ ਮਰਨ ਕੀ ਪੀੜਾ ਪਾਈ ਜੰਮਣ ਦੀ ਪੀੜਾ ਪਾਉਂਦੇ ਆ। ਸੁੱਖ ਸੋ ਰਹਿਓ ਭੈਓ ਦੁਖਦਾਈ ਸੁੱਖ ਤੋਂ ਰਹਿ ਜਾਂਦੇ ਆ ਬੜਾ ਦੁੱਖ ਹੁੰਦਾ। ਪਿੱਤੀ ਪਾਏ ਸ਼ੈ ਮੇਖੈ ਬਾਸ਼ਨਾ ਜਾਹੀ ਉਹ ਪਿਤਰੂਪੀ ਜਿਹੜੀ ਵਿਸ਼ੇ ਵਾਸ਼ਨਾ ਆ ਅਤੇ ਸੁਣ ਕੇ ਨਿਸ਼ੰਕ ਹੋ ਜਾਈ ਉਹ ਫਿਰ ਗਿਆਨ ਦੇ ਵਜਨ ਸੁਣ ਕੇ ਨਿਸ਼ੰਕ ਹੋ ਜਾਂਦੇ। ਮੈਨੂੰ ਕੀ ਦੋਸ਼ ਹੈ ਮੈਂ ਤਾਂ ਹੂੰ ਬ੍ਰਹਮ ਅਸਮੀ ਹਾਂ ਨਿਸੰਗ ਭੋਗ ਲక్ష్ਮੀ ਅਹੰ ਬ੍ਰਹਮ ਬਕਰੇ ਨਿਸੰਗ ਖਾਓ ਬੱਕਰੇ ਉਹ ਫਿਰ ਇਸ ਤਰ੍ਹਾਂ ਬਣ ਜਾਂਦੇ ਆ। ਬੀਚ ਵਿਸ਼ੇ ਕੇ ਫਸ ਕੇ ਜੋਈ ਉਹ ਵਿਸ਼ੇ ਵਗਾਰਾਂ ਫਸ ਕੇ ਸੋਈ ਲੋਕ ਓੜਕ ਨਰ ਗਮਨ ਤੈਨੂੰ ਹੋਈ ਓੜਕ ਨੂੰ ਉਹਨਾਂ ਦਾ ਨਰਕਾਂ 'ਚ ਜਾਣਾ ਹੁੰਦਾ। ਬੀਸ਼ਨ ਵਿਖੇ ਪਰਿਵਰਤਨ ਜੋਈ ਉਹ ਵਿਸ਼ੇ ਵਗਾਰਾਂ ਪਰਿਵਰਤ ਹੋ ਜਾਂਦੇ ਜਿਹੜੇ ਅਤੀ ਸਾਰੇ ਖਰੋ ਦੁੱਖ ਹੋਈ ਇਹ ਸਮਝੋ ਉਹਨਾਂ ਨੂੰ ਦਸਤ ਲੱਗ ਹੈ ਅਤੇ ਇਸ ਵਾਸਤੇ ਉਹ ਬਹੁਤ ਦੁਖੀ ਹੁੰਦੇ ਆ। ਖਰੋ ਦੁੱਖ ਹੋਈ ਉਹ ਫਿਰ ਮਤਲਬ ਬਹੁਤ ਦੁਖੀ ਹੁੰਦੇ ਆ। ਅਤੀ ਸਾਰ ਦਸਤ ਲੱਗ ਜਾਂਦੇ ਇਹ ਖਰੋ ਦੁੱਖ ਹੋਈ ਇਸ ਵਾਸਤੇ ਕਹਿੰਦੇ ਦਸ ਦੇ ਰੋਗੀ ਵਾਂਗ ਹੋ ਕੇ ਉਹ ਬਹੁਤ ਦੁਖੀ ਹੁੰਦੇ ਆ ਹਾਂਜੀ। ਤਾਂ ਤੇ ਮਿਸ਼ਰੀ ਭਗਤ ਸੰਜੂਤੀ ਇਸ ਵਾਸਤੇ ਜਿਹੜੀ ਮਿਸ਼ਰੀ ਇਹ ਭਗਤ ਜਿਹੜੀ ਸੰਜੂਤੀ ਮਿਲਾ ਕੇ ਹਾਂਜੀ ਉਹਦੇ ਸਹਿਤ ਲਖੈ ਗਿਆਨ ਤੈਨ ਕੀ ਮਤ ਪੂਤੀ ਉਹ ਫਿਰ ਜਿਹੜਾ ਉਹਨਾਂ ਦਾ ਮਤ ਗਿਆਨ ਨਾਲ ਪੂਤੀ ਮੈਨੇ ਪਵਿੱਤਰ ਹੋ ਜਾਂਦੀ ਬੁੱਧੀ। ਇਸ ਤਰ੍ਹਾਂ ਜਾਣੋ ਨਿਸ਼ਚਾਰੇ ਦੇ ਗਿਆਨ ਕੋ ਧਰਹੀ ਉਹ ਫਿਰ ਜਿਹੜਾ ਗਿਆਨ ਆ ਉਹਨੂੰ ਆਪਣੇ ਮਨ 'ਚ ਹਿਰਦੇ 'ਚ ਧਾਰਦੇ ਆ। ਭਾਵ ਭਗਤ ਬਾਹਰ ਸ਼ੋ ਕਰੀ ਬਾਹਰ ਪ੍ਰੇਮਾ ਭਗਤੀ ਔਰ ਪਵਿੱਤਰ ਕਰਮ ਕਰਦੇ ਆ। ਤੈਨੂੰ ਕੋਈ ਦੁੱਖ ਨਹੀਂ ਲੱਗੇ ਕੋਈ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ। ਸੁਖ ਪਾ ਪਹੁੰਚ ਪਰਮ ਪਦ ਹੋਈ ਉਹ ਸੁੱਖ ਨੂੰ ਪਾ ਲੈਂਦੇ ਆ ਪਰਮ ਪਦ ਵੀ ਪ੍ਰਾਪਤ ਕਰ ਲਓ ਉੱਥੇ ਪਹੁੰਚ ਜਾਂਦੇ ਆ। ਇਹ ਸਿਧਾਂਤ ਸਭਨ ਤੇ ਨੀਕਾ ਇਹ ਜਿਹੜਾ ਸਿਧਾਂਤ ਹੈ ਸਾਰਿਆਂ ਨੂੰ ਚੰਗਾ ਹੈ। ਹੋਏ ਆਧਾਰ ਜਗ ਤੇ ਜਿਉਂ ਜੀ ਕਾ ਜਿਸ ਤਰ੍ਹਾਂ ਜੀਵ ਦਾ ਆਧਾਰ ਸੰਸਾਰ ਤੋਂ ਹੋ ਜਾਂਦਾ ਹੈ। ਕੱਲ ਮੈਂ ਔਰ ਉਪਾਇ ਨੂੰ ਕੋਈ ਕਲਯੁਗ 'ਚ ਹੋਰ ਉਪਾਅ ਕੋਈ ਸਾਧਨ ਨਹੀਂ। ਭਗਤ ਗਿਆਨ ਤੇ ਕੇਵਲ ਹੋਈ ਪ੍ਰੇਮਾ ਭਗਤੀ ਗਿਆਨ ਤੇ ਕੇਵਲ ਮੋਕਸ਼ ਹੁੰਦੀ ਹੈ। ਭਗਤੀ ਦੇ ਨਾਲ ਜਿਹੜਾ ਗਿਆਨ ਮਿਲਿਆ ਉਹਨਾਂ ਮੁਕਤੀ ਹੁੰਦੀ ਹੈ।
ਤਿਨ ਕੀ ਪ੍ਰਾਪਤ ਜੇ ਨਰ ਚਾਹੇ। ਜੇ ਕਹਿੰਦੇ ਦੀ ਪ੍ਰਾਪਤੀ ਪੁਰਸ਼ ਚਾਹੁੰਦਾ ਹੈ ਸੋ ਸਤਸੰਗ ਖੋਜ ਜਗ ਲਹੇ। ਉਹ ਸਤਸੰਗ ਦੇ ਵਿੱਚ ਸੰਸਾਰ 'ਚ ਆ ਕੇ ਖੋਜ ਲਵੇ। ਕਰੇ ਭਾਉ ਸੇਵਾ ਮੈਂ ਠਾਨੈ। ਬਹੁਤ ਪ੍ਰੇਮ ਕਰਕੇ ਸੇਵਾ 'ਚ ਮਨ ਲਾਵੇ। ਬਚਨ ਸੁਣੈ ਤਿੰਨ ਦੇ ਮਨ ਕਾਨੇ। ਫਿਰ ਉਹਨਾਂ ਮਨ ਦੇ ਬਚਨ ਜਿਹੜੇ ਮਨ ਲਾ ਕੇ ਕੰਨ ਲਾ ਕੇ ਸੁਣੇ ਧਿਆਨ ਨਾਲ। ਕਾਮ ਕ੍ਰੋਧ ਲੋਭ ਆਦਿਕ ਬਨ ਕੋ। ਇਹ ਕਾਮ ਕ੍ਰੋਧ ਲੋਭ ਜਿਹੜਾ ਜੰਗਲ ਹੈ ਸਤਸੰਗ ਕਠਾਰ ਕਦਨ ਕੋ। ਜਿਵੇਂ ਕੁਹਾੜਾ ਕੱਟਣ ਲਈ ਹੁੰਦਾ ਨਾ, ਇਹ ਸਤਸੰਗ ਜਿਹੜਾ ਇਹ ਕੁਠਾਰ ਕੁਹਾੜੇ ਦੀ ਨੇ ਕਦਨ ਕੱਟਣ ਵਾਲਾ ਹੈ। ਤਮ ਅਗਿਆਨੇ ਭਾਨ ਸਮਾਨਾ। ਜਿਹੜਾ ਅਗਿਆਨਤਾ ਦਾ ਹਨੇਰਾ ਇਹਨੂੰ ਇਹ ਸੂਰਜ ਦੇ ਬਰਾਬਰ ਹੈ। ਵਿਸ਼ੇ ਤਪਤ ਕੋ ਛਾਏ ਮਹਾਨਾ। ਔਰ ਵਿਸ਼ਾ ਰੂਪੀ ਜਿਹੜੀ ਤਪਸ਼ ਉਹਨੂੰ ਛਾਂ ਦੇ ਵਾਂਗੂ ਹੈ। ਪੁੰਨ ਸਤਸੰਗ ਹੈ ਇਹ ਸਮ ਸਾਗਰ। ਫਿਰ ਜਿਹੜਾ ਸਤਸੰਗ ਆ ਉਹ ਸਮੁੰਦਰ ਦੀ ਨਿਆਈ ਹੈ। ਜੇ ਮੈਂ ਆਸੋਠ ਰਤਨ ਉਜਾਗਰ। ਜਿਹਦੇ ਇਹ ਸੁੰਦਰ ਜਿਹੜੇ ਰਤਨ ਉਜਾਗਰ ਪ੍ਰਗਟਿਆ ਸ਼ੁਭ ਗੁਣਾ ਰੂਪੀ। ਮੈਤਰੀ ਮੋਤਾ ਸਤ ਸੰਤੋਖ। ਮੈਤਰ ਦੀ ਹਰੇਕ ਨਾਲ ਮਿੱਤਰ ਦਾ ਭਾਵ 'ਚ ਵਰਤਣਾ। ਮੁੱਦਤਾ ਦੁਇਦਾ ਜਸ ਦੇ ਖੁਸ਼ ਹੋਣਾ। ਸਤ ਸੱਚ ਬੋਲਣਾ। ਸੰਤੋਖ ਧਾਰਨਾ। ਕਰਨਾ ਛਿਮਾ ਖਾਰ ਨਹਿ ਦੁੱਖ। ਕਰਨਾ ਕਿਰਪਾ ਖਿਮਾ ਕਿਸੇ ਦਾ ਅਪਰਾਧ ਜਿਹੜਾ ਬਖਸ਼ ਦੇਣਾ। ਔਰ ਖਾਰ ਨਹਿ ਦੁੱਖ। ਤੇ ਜਿਹੜਾ ਜਿਵੇਂ ਸਮੁੰਦਰ 'ਚ ਖਾਰਾ ਪਾਣਿਆ ਇਸ ਤਰ੍ਹਾਂ ਜਿਹੜੇ ਖਾਰ ਪੁਣੇ ਵਾਲੇ ਦੋਖ ਆ ਉਹ ਨਹੀਂ ਰਹਿੰਦੇ ਹਨ। ਧੀਰਜ ਜਿਹੜੇ ਸਤਸੰਗ ਰੂਪੀ ਸਮੁੰਦਰ 'ਚ ਰਹਿੰਦੇ। ਸਮੁੰਦਰ ਖਾਰਾ ਹੁੰਦਾ ਨਾ, ਪਰ ਸਤਸੰਗ ਰੂਪੀ ਸਮੁੰਦਰ ਜਿਹੜਾ ਇਹਦੇ 'ਚ ਖਾਰੇਪਨ ਦਾ ਦੋਸ਼ ਨਹੀਂ ਹੈ। ਧੀਰਜ ਗਿਆਨ ਬਰਾਗ ਵਿਚਾਰਾਂ। ਧੀਰਜ ਗਿਆਨ ਬਰਾਗ ਤੇ ਵਿਚਾਰ। ਭਾਉ ਭਗਤ ਪਲ ਮੋਖ ਦੁਆਰਾ। ਪ੍ਰੇਮਾ ਭਗਤੀ ਚੰਗੀ ਹੈ ਅਤੇ ਮੁਕਤੀ ਦਾ ਦੁਆਰਾ। ਹਾਂਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਾਪਤ ਸਤਸੰਗ ਦੇ ਸਮੁੰਦਰ ਵਿੱਚ ਰਹਿਣੀਆਂ ਚੀਜ਼ਾਂ ਸਾਰੀਆਂ। ਸਮੁੰਦਰ ਖਾਰਾ ਹੁੰਦਾ ਪਰ ਸਤਸੰਗ ਰੂਪੀ ਸਮੁੰਦਰ 'ਚ ਖਾਰ ਨਹੀਂ। ਖਾਰ ਨਹੀਂ ਦੁੱਖ। ਨਾ ਖਾਰਾ ਹੈ ਨਾ ਕੋਈ ਦੋਸ਼ ਹੈ। ਸਮ ਦਮ ਜੋਗ ਆਦਿ ਸਭੀ। ਸਮ ਮਨ ਦਾ ਰੋਕਣਾ, ਦਮ ਇੰਦਰੀਆਂ ਦਾ, ਜੋਗ ਜੋੜਨਾ ਆਦਿ ਜਿੰਨੇ ਸਾਰੇ। ਉਪਜੇ ਸਾਨੂੰ ਖੁੱਟਿਆ ਕਵਹੀ। ਇਹ ਸੰਗਤ 'ਚੋਂ ਪੈਦਾ ਹੁੰਦੇ ਕਦੀ ਨਖੁੱਟੇ ਮੁੱਕਦੇ ਨਹੀਂ। ਜੋ ਇਹ ਸਾਗਰ ਵੀ ਜਿਹੜਾ ਸਾਗਰ ਸਮਾਜ ਹੈ। ਕਹੋ ਕਿਉਂ ਨਾ ਆਨੰਦ ਪਦ ਪਾਵੇ। ਕਹੋ ਕਿਉਂ ਨਹੀਂ ਆਨੰਦ ਪਦ ਪਾਏਗਾ। ਸਭ ਸਾਧਨ ਮੁਖ ਸਤਸੰਗ ਜੋਈ। ਇਹ ਸਾਰੇ ਸਾਧਨਾਂ 'ਚ ਮੁੱਖ ਸਾਧਨ ਸਤਸੰਗ ਹੈ ਜਿਹੜਾ ਇਸ ਮੇਲੇ ਨੇ ਸਭ ਪ੍ਰਾਪਤ ਹੋਈ। ਇਹਦੇ ਮਿਲਣ ਨਾਲ ਸਾਰੇ ਪ੍ਰਾਪਤ ਹੋ ਜਾਂਦੇ ਹਨ। ਤਿੰਨ ਪਾਤਸ਼ਾਹ ਕਿਨੂੰ ਸਤਸੰਗਾ ਕਹਿੰਦੇ। ਜਿਨ੍ਹਾਂ ਨੇ ਪਹਿਲਾਂ ਸਤਸੰਗ ਕੀਤਾ ਹੈ ਮੁਕਤ ਪਏ ਸੇ ਤਿੰਨ ਭਰਮ ਭੰਗਾ। ਉਹ ਮੁਕਤ ਹੋਏ, ਉਹਨਾਂ ਦਾ ਭਰਮ ਭੰਗਾ ਨਾਸ ਹੋ ਗਿਆ। ਜੇ ਆ ਪ੍ਰੀਧਾਰ ਔਰ ਕਰ ਹੈ ਜਿਹੜੇ ਮਨ 'ਚ ਪ੍ਰੀਤੀ ਧਾਰ ਕੇ ਸਤਸੰਗ ਕਰਨਗੇ ਨਿਰਸੰਸੇ ਭਵ ਸਾਗਰ ਤਰ ਹੈ। ਇਹ 'ਚ ਕੋਈ ਸੰਸਾ ਨਹੀਂ, ਉਹ ਸੰਸਾਰ ਸਾਗਰ ਤਰ ਜਾਣਗੇ। ਬੌਰ ਜੇ ਕਰ ਹੈ ਔਰ ਅਗਾਰੀ ਕਹਿੰਦੇ ਅੱਗੇ ਜਾ ਕੇ ਜਿਹੜਾ ਵੀ ਸਤਸੰਗ ਕਰੇਗਾ ਤਿਨ ਕੀ ਹੋਵੇ ਮੋਖ ਸੁਹਾਰੀ। ਉਹਦੀ ਵੀ ਸੌਖੀ ਮੁਕਤੀ ਹੋ ਜਾਏਗੀ। ਮਹਾਂਭਾਗ ਲੈਣੇ ਸੁਣ ਲੀਜੇ। ਇਹ ਮਹਾਨ ਭਾਗਾਂ ਵਾਲੇ ਭਾਈ ਲੈਣਾ ਜੀ ਸੁਣ ਲਓ। ਤਾਂ ਤੇ ਸਤਸੰਗ ਰੀਤ ਕਰੀਜੈ। ਇਸ ਵਾਸਤੇ ਸਤਸੰਗ ਦੀ ਰੀਤੀ ਕਰਨੀ ਹੈ। ਭਾਵ ਭਗਤ ਕਰਨੀ ਬਿਦ ਨੀਕੀ। ਪ੍ਰੇਮਾ ਭਗਤੀ ਚੰਗੀ ਵਿਧੀ ਨਾ ਕਰਨੀ ਹੈ। ਨੀਕੀ ਚੰਗੀ ਹਿਰਦੇ ਗਿਆਨ ਗਤ ਹੋਵੇ ਇਸ ਜੀ ਕੀ। ਔਰ ਇਹਦੇ ਨਾਲ ਹਿਰਦੇ 'ਚ ਗਿਆਨ ਹੋ ਜਾਏਗਾ ਅਤੇ ਗਤੀ ਕਲਿਆਣ ਵੀ ਇਸ ਜੀਵ ਦੀ ਹੋ ਜਾਏਗੀ। ਇਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਗ੍ਰੰਥ ਉਤਰਾਦੇ ਸ਼੍ਰੀ ਲੈਣੇ ਕੋ ਉਪਦੇਸ਼ ਪ੍ਰਸੰਗ ਵਰਨ ਨਾਮ 1 ਸਮੂਹ। ਹਾਂਜੀ, 150 ਸਮੂਹ ਅਧਿਆਇ 51 ਅਧਿਆਇ ਪੂਰਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।